Are you looking for super visa, visitor visa or travel insurance with monthly plans up to 45% discount? 100% money back if visa denied. Call today. Hope Insurance Broker 780-906-0000 24/7 Edmonton, Canada. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਨੀਵਾਲੀ ਇੱਕ ਤੋਂ ਫੇਰ ਵੀਰਵਾਰ ਵਾਲੇ ਦਿਨ ਸਾਡੇ ਨਾਲ ਹਾਜ਼ਰ ਨੇ ਹੋਪ ਇੰਸ਼ੋਰੈਂਸ ਤੋਂ ਮਿਸਟਰ ਹਰਜਿੰਦਰ ਹੈਰੀ ਜੀ। ਹੈਰੀ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਵਾਲੀਆ ਸਾਹਿਬ, ਬਹੁਤ ਮਿਹਰਬਾਨੀ ਜੀ। ਤੁਸੀਂ ਹਰ ਵੀਕ ਸਾਨੂੰ ਬਿਠਾਉਂਦੇ ਆ ਕਿ ਸਾਡੀ ਜਿਹੜੀ ਫੀਲਡ ਹੈ ਉਹਦੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਧੰਨਵਾਦ। ਤਾਂ ਦੋਸਤੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਅੱਜ ਦਾ ਜਿਹੜਾ ਟੌਪਿਕ ਅਸੀਂ ਕ੍ਰਿਟੀਕਲ ਇਲਨੈਸ ਦੇ ਉੱਤੇ ਗੱਲਬਾਤ ਕਰਾਂਗੇ। ਹਰ ਵੀਰਵਾਰ ਨੂੰ ਸਾਡੇ ਕੋਲੇ ਆਪਣਾ ਕੀਮਤੀ ਸਮਾਂ ਲੈ ਕੇ ਹਰਜਿੰਦਰ ਹੈਰੀ ਜੀ ਆਉਂਦੇ ਨੇ, ਜਿਹੜੇ ਕਿ ਸਾਡੇ ਦਰਸ਼ਕਾਂ ਨੂੰ ਇੱਕ ਭਰਪੂਰ ਜਾਣਕਾਰੀ ਦਿੰਦੇ ਨੇ ਕਿ ਇੰਸ਼ੋਰੈਂਸ ਸਾਨੂੰ ਕਿਸ ਢੰਗ ਦੇ ਨਾਲ ਕਰਾਉਣੀ ਚਾਹੀਦੀ, ਕੀ ਆਪਸ਼ਨਸ ਹੁੰਦੀਆਂ ਨੇ, ਕਿੱਥੇ ਅਸੀਂ ਪੈਸਾ ਬਚਾ ਸਕਦੇ ਹਾਂ, ਕਿੱਥੇ ਸਾਡੀ ਜਿਹੜੀ ਹੈਗੀ ਆ ਇੰਸ਼ੋਰੈਂਸ ਦੀ ਲਾਇਬਿਲਿਟੀਜ਼ ਕਿੱਦਾਂ ਅਸੀਂ ਜਿਹੜੀ ਹੈਗੀ ਇਸ ਦਾ ਧਿਆਨ ਰੱਖਿਆ ਜਾ ਸਕਦਾ ਹੈ। ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਲੈਣ ਦੇ ਲਈ ਤੁਸੀਂ ਇੰਸ਼ੋਰੈਂਸ ਦੇ ਪ੍ਰਤੀ ਤੁਸੀਂ ਫੋਨ ਨੰਬਰ ਨੋਟ ਕਰ ਸਕਦੇ ਹੋ। ਹੋਪ ਇੰਸ਼ੋਰੈਂਸ ਦਾ 7809060000 780-906-0000 ਤੇ ਕਾਲ ਕਰਕੇ ਤੁਸੀਂ ਹਰਜਿੰਦਰ ਹੈਰੀ ਜੀ ਹੋਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈ ਸਕਦੇ ਹੋ। ਤਾਂ ਹਰਜਿੰਦਰ ਭਾਜੀ, ਜਿਵੇਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਹੋਈ ਆ, ਉਸ ਤੋਂ ਪਹਿਲਾਂ ਤੁਸੀਂ ਟੂਰਿਸਟ ਨੂੰ ਲੈ ਕੇ ਜਿਹੜੇ ਆਪਣੇ ਟਰੈਵਲ ਇੰਸ਼ੋਰੈਂਸ ਦੀ ਗੱਲਬਾਤ ਆਪਾਂ ਕਰਕੇ ਹਟੇ ਆ। ਅੱਜ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਵੀ ਕੁਝ ਲੋਕ ਏਦਾਂ ਦੇ ਨੇ, ਮੇਰੇ ਵਰਗੇ ਕਈ ਹੋਣਗੇ ਵੀ ਜਿਨ੍ਹਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਚ ਪ੍ਰੋਪਰ ਨੌਲੇਜ ਨਹੀਂ ਹੈ ਵੀ ਐਕਚੁਅਲ ਦੇ ਵਿੱਚ ਇਹ ਚੀਜ਼ ਕੀ ਹੁੰਦੀ ਹੈ। ਪਹਿਲਾਂ ਤਾਂ ਕ੍ਰਿਟੀਕਲ ਇਲਨੈਸ ਦੇ ਬਾਰੇ ਵਿੱਚ ਥੋੜੀ ਜਿਹੀ ਡੈਫੀਨੇਸ਼ਨ ਦਿਓ ਵੀ ਇਹ ਕੀ ਚੀਜ਼ ਕੀ ਹੁੰਦੀ ਹੈ। ਹਾਂਜੀ ਜੀ, ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਆਪਾਂ ਲਾਸਟ ਵੀਕ ਗੱਲ ਕੀਤੀ ਸੀ ਲਾਈਫ ਇੰਸ਼ੋਰੈਂਸ ਦੀ। ਲਾਈਫ ਇੰਸ਼ੋਰੈਂਸ ਬਾਰੇ ਸਭ ਨੂੰ ਪਤਾ ਹੈ ਕਿ ਇੱਕ ਜੀਵਨ ਬੀਮਾ ਲਾਈਫ ਇੰਸ਼ੋਰੈਂਸ ਸਾਡੀ ਲਾਈਫ ਨੂੰ, ਫੈਮਿਲੀ ਨੂੰ, ਸਾਡੀ ਲਾਇਬਿਲਿਟੀ ਨੂੰ, ਸਾਡੇ ਲੋਨ ਨੂੰ ਕਵਰ ਕਰਦੀ ਹੈ। ਤਾਂ ਜਿਹੜੀ ਕ੍ਰਿਟੀਕਲ ਇਲਨੈਸ ਆ ਵਾਲੀ ਸਭ, ਕ੍ਰਿਟੀਕਲ ਇਲਨੈਸ ਵੀ ਇੱਕ ਬਹੁਤ ਜ਼ਰੂਰੀ ਇੰਸ਼ੋਰੈਂਸ ਬਣ ਜਾਂਦੀ ਹੈ ਹੁਣ ਦੇ ਸਮੇਂ ਦੇ ਵਿੱਚ ਸਾਡੀ ਲਾਈਫ ਦੇ ਵਿੱਚ। ਹੁਣ ਜਦੋਂ ਅਸੀਂ ਲਾਈਫ ਇੰਸ਼ੋਰੈਂਸ ਲੈਂਦੇ ਹਾਂ ਤਾਂ ਸਾਨੂੰ ਉਸਦੇ ਬਾਰੇ ਪਤਾ ਹੈ ਕਿ ਲਾਈਫ ਇੰਸ਼ੋਰੈਂਸ ਸਾਡੀ ਏਦਾਂ ਲਾਈਫ ਨੂੰ ਤੇ ਲੋਨ ਨੂੰ ਕਵਰ ਕਰਦੀ ਹੈ। ਬਟ ਜਿਹੜੀ ਕ੍ਰਿਟੀਕਲ ਇਲਨੈਸ ਆ, ਉਹਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਇਲਨੈਸ ਇੱਕ ਬਿਮਾਰੀਆਂ ਦੇ ਨਾਲ, ਕਿਸੇ ਤਰ੍ਹਾਂ ਦੀ ਬਿਮਾਰੀ ਆ ਜਾਂਦੀ ਹੈ ਸਾਡੀ ਲਾਈਫ ਦੇ ਵਿੱਚ, ਤਾਂ ਉਹਨੂੰ ਉਸ ਘਾਟੇ ਨੂੰ, ਉਸ ਟਾਈਮ ਨੂੰ ਕਵਰ ਕਰਨ ਦੇ ਲਈ ਸਾਨੂੰ ਇੱਕ ਮਨੀ ਚਾਹੀਦੀ ਹੁੰਦੀ ਆ। ਤਾਂ ਉਦੋਂ ਅਸੀਂ ਕ੍ਰਿਟੀਕਲ ਇਲਨੈਸ ਦੀ ਜਿਹੜੀ ਅਸੀਂ ਕਰਦੇ ਹਾਂ, ਲੈਂਦੇ ਅਸੀਂ ਇਹਨੂੰ ਜੀ। ਹੁਣ ਇਹਦਾ ਜੇ ਬੈਕਗਰਾਉਂਡ ਦੇਖਿਆ ਜਾਵੇ ਤਾਂ ਕ੍ਰਿਟੀਕਲ ਇਲਨੈਸ ਕੋਈ 2002-2003 ਦੇ ਵਿੱਚ 20-22 ਸਾਲ ਪਹਿਲਾਂ ਇੰਟਰੋਡਿਊਸ ਹੋਈ ਕੈਨੇਡਾ ਦੇ ਵਿੱਚ। ਓਕੇ, ਇਹਦੇ ਮੈਂ ਬੈਕਗਰਾਉਂਡ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਜਿਹੜੀਆਂ ਇੰਸ਼ੋਰੈਂਸ ਨੇ, ਜਿਵੇਂ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਜਾਂ ਵਿਜ਼ਿਟਰ ਇੰਸ਼ੋਰੈਂਸ, ਇਹ ਅਲੱਗ-ਅਲੱਗ ਇੰਸਟੀਟਿਊਸ਼ਨਾਂ ਜਿਹੜੀਆਂ ਉਹਨਾਂ ਨੇ ਇੱਕ ਫਾਈਨੈਂਸ਼ੀਅਲੀ ਫੀਲਡ ਆ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਨੇ ਕੀਤੀ ਹੈ, ਮਤਲਬ ਇਹ ਉੱਥੋਂ ਪੈਦਾ ਹੋਈ ਹੈ ਇੰਸ਼ੋਰੈਂਸ, ਇਹ ਲਾਈਫ ਇੰਸ਼ੋਰੈਂਸ। ਪਰ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਇਹ ਇੱਕ ਡਾਕਟਰ ਦੇ ਦੁਆਰਾ ਸੁਜੈਸਟ ਕੀਤਾ ਗਿਆ ਇੰਸ਼ੋਰੈਂਸ ਕੰਪਨੀਆਂ ਨੂੰ ਕਿ ਜਦੋਂ ਜਦੋਂ ਬੰਦਾ ਇੱਕ ਆਪਣੀ ਲਾਈਫ ਜੀ ਰਿਹਾ ਕਿ ਉਹਨੂੰ ਅਚਾਨਕ ਇੱਕ ਤਰ੍ਹਾਂ ਦੀ ਕੋਈ ਬਿਮਾਰੀ, ਕੋਈ ਨਾਮੁਰਾਦ ਬਿਮਾਰੀ, ਕੋਈ ਭਿਆਨਕ ਬਿਮਾਰੀ ਆ ਕੇ ਫੜ ਲੈਂਦੀ ਆ, ਤਾਂ ਉਹ ਬੰਦੇ ਦੀ ਜਿਹੜੀ ਟ੍ਰੀਟਮੈਂਟ ਹੈ ਸ਼ੁਰੂ ਹੋ ਜਾਂਦੀ ਹੈ। ਬਟ ਜਦੋਂ ਉਹਦੀ ਟ੍ਰੀਟਮੈਂਟ ਸ਼ੁਰੂ ਹੋ ਜਾਂਦੀ ਆ, ਉਸ ਤੋਂ ਬਾਅਦ ਉਹ ਬੰਦਾ ਇੰਨਾ ਕਾਬਿਲ ਨਹੀਂ ਹੁੰਦਾ ਕਿ ਦੁਬਾਰਾ ਉਸ ਬੈਕ ਟੂ ਵਰਕ ਆਪਣਾ ਜਾ ਕੇ ਉਸ ਤਰ੍ਹਾਂ ਕਮਾਈ ਕਰ ਸਕੇ। ਕਈ ਇਦਾਂ ਦੀਆਂ ਇਲਨੈਸ, ਕਈ ਇਦਾਂ ਦੀਆਂ ਬਿਮਾਰੀਆਂ ਨੇ ਕਿ ਦੁਬਾਰਾ ਬੰਦਾ ਪੂਰੀ ਜ਼ਿੰਦਗੀ ਕੰਮ ਕਰ ਹੀ ਨਹੀਂ ਸਕਦਾਗਾ। ਸਪੋਜ਼ ਕਿਸੇ ਨੂੰ ਕੈਂਸਰ ਡਾਇਗਨੋਸ ਹੋ ਜਾਂਦਾ। ਕਿਹੜੀ ਬਿਮਾਰੀਆਂ, ਮਤਲਬ ਕਿ ਅਗਰ ਆਪਾਂ ਗੱਲ ਕਰਦੇ ਹਾਂ? ਹਾਂਜੀ, ਇਹਦੇ ਵਿੱਚ ਮੈਂ ਬੜੀ ਸਾਹਿਬ ਦੱਸਣਾ ਚਾਹੁੰਦਾ ਕਿ ਇੱਕ ਜਿਹੜੀਆਂ 25 ਤਰ੍ਹਾਂ ਦੀਆਂ ਬਿਮਾਰੀਆਂ ਡਾਇਗਨੋਸ ਕੀਤੀਆਂ ਗਈਆਂ ਵਾ ਇੰਸ਼ੋਰੈਂਸ ਕੰਪਨੀ ਦੁਆਰਾ। ਓਕੇ, 25 ਟਾਈਪ ਆਫ ਬਿਮਾਰੀਆਂ। ਉਹ ਤੁਹਾਡੀਆਂ ਸਕਿਨ ਨਾਲ ਰਿਲੇਟਡ ਹੋ ਗਈਆਂ, ਬਲੱਡ ਨਾਲ ਰਿਲੇਟਡ ਹੋ ਗਈ, ਸਾਡੇ ਹਾਰਟ ਅਟੈਕ, ਕੈਂਸਰ, ਟੀਵੀ, ਕਿਡਨੀਆਂ ਨਾਲ ਰਿਲੇਟਡ ਹੋ ਗਈ, ਅਲੱਗ-ਅਲੱਗ ਤਰ੍ਹਾਂ ਦੀਆਂ। ਉਹ ਜੇ ਤੁਸੀਂ ਡਿਟੇਲ ਦੇ ਵਿੱਚ 25 ਬਿਮਾਰੀਆਂ ਦੀ ਲਿਸਟ ਚਾਹੀਦੀ ਜਾਂ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਫੋਨ ਕਰ ਦਿਓ 7809060000 ਤੇ 780-906-0000 ਤੇ ਮੈਂ ਤੁਹਾਨੂੰ WhatsApp ਦੇ ਉੱਤੇ ਜਾਂ ਈਮੇਲ ਦੇ ਉੱਤੇ ਤੁਹਾਨੂੰ ਮੈਂ ਉਹ ਲਿਸਟ ਭੇਜ ਦਾਂਗਾ ਕਿ ਤੁਸੀਂ ਉਸ ਦੇ ਵਿੱਚ
ਕੋਈ ਵੀ ਬਿਮਾਰੀ ਸਾਨੂੰ ਆਉਣ ਵਾਲੇ 20 ਸਾਲ 25 ਸਾਲ ਜਾਂ 75 ਸਾਲ ਦੀ ਉਮਰ ਜਾਂ ਹੋਲ ਲਾਈਫ ਲਈ ਜਿਹੜਾ ਅਸੀਂ ਪਲਾਨ ਚੂਜ਼ ਕਰਦੇ ਆ, ਸਾਨੂੰ ਡਾਕਟਰ ਡਾਇਗਨੋਸ ਕਰ ਦਿੰਦੇ ਉਹਨਾਂ ਦੇ ਵਿੱਚੋਂ, ਤਾਂ ਸਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਨੂੰ ਤੁਹਾਨੂੰ ਜਿੰਨੇ ਦੀ ਇੰਸ਼ੋਰੈਂਸ ਲਈ ਤੁਸੀਂ ਲੱਖ ਦੀ ਜਾਂ 50,000 ਦੀ 2 ਲੱਖ ਦੀ ਤਾਂ ਤੁਹਾਨੂੰ ਮਨੀ ਆ ਜਾਂਦੀ ਹੈ। ਇਸ ਕਰਕੇ ਕ੍ਰਿਟੀਕਲ ਇਲਨੈਸ ਨੂੰ ਅਸੀਂ ਲਿਵਿੰਗ ਬੈਨੀਫਿਟ ਇੰਸ਼ੋਰੈਂਸ ਵੀ ਬੋਲਦੇ ਆ। ਲਿਵਿੰਗ ਬੈਨੀਫਿਟ, ਹਾਂਜੀ, ਕਿ ਜਿਵੇਂ ਲਾਈਫ ਇੰਸ਼ੋਰੈਂਸ ਸਾਡੀ ਹੋ ਗਈ ਹੈ ਕਿ ਸਾਡੀ ਲਾਈਫ ਨਾਲ ਕੋਈ ਹੈਪਨ ਹੁੰਦਾ, ਸਾਡੀ ਲਾਈਫ ਤੋਂ ਬਾਅਦ ਜਿਹੜੇ ਸਾਡੇ ਡਿਪੈਂਡੈਂਟ ਨੇ ਉਹਨਾਂ ਨੂੰ ਪੈਸਾ ਮਿਲਦਾ ਹੈ। ਬਟ ਕ੍ਰਿਟੀਕਲ ਇਲਨੈਸ ਇਦਾਂ ਦੀ ਇੰਸ਼ੋਰੈਂਸ ਆ ਜਿਹਦੇ ਵਿੱਚ ਸਾਨੂੰ ਜਿਉਂਦੇ ਜੀ ਸਾਨੂੰ ਉਦੋਂ ਕੋਈ ਡਾਇਗਨੋਸ ਹੋ ਜਾਂਦੀ ਬਿਮਾਰੀ ਇਹਨਾਂ 25 ਦੇ ਵਿੱਚੋਂ ਤਾਂ ਸਾਨੂੰ ਪੈਸੇ ਮਿਲ ਜਾਂਦੇ ਨੇ। ਵੀ ਤੁਹਾਨੂੰ ਕੋਈ ਬਿਮਾਰੀ ਏਦਾਂ ਦੀ ਹੋ ਗਈ ਹੈ ਜਿਹਦੇ ਕਾਰਨ ਕਰਕੇ ਤੁਸੀਂ ਆਪਣੇ ਫਿਊਚਰ ਦੇ ਵਿੱਚ ਕੋਈ ਕੰਮ ਨਹੀਂ ਕਰ ਪਾ ਰਹੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ, ਉਹਦੇ ਵਿੱਚ 25 ਬਿਮਾਰੀਆਂ ਦੀ ਜਿਹੜੀ ਲਿਸਟ ਹੈ, ਹਾਂਜੀ, ਉਹਦੇ ਕਿਉਂਕਿ ਦੋਸਤੋ ਸਾਨੂੰ ਇਹ ਚੀਜ਼ਾਂ ਸੁਣਨ ਦੇ ਵਿੱਚ ਥੋੜਾ ਜਿਹਾ ਅਜੀਬ ਜ਼ਰੂਰ ਲੱਗਦੀਆਂ ਨੇ। ਮਨ ਦੇ ਵਿੱਚ ਹੁੰਦਾ ਵੀ ਅਸੀਂ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਇੰਸ਼ੋਰੈਂਸ ਕੀ ਚੀਜ਼ ਹੈਗੀ, ਵੀ ਕੋਈ ਡਰਨ ਦੀ ਲੋੜ ਨਹੀਂ, ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਜਿਵੇਂ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਅਸੀਂ ਇੰਸ਼ੋਰੈਂਸ ਕਰਵਾਉਂਦੇ ਹਾਂ, ਚਾਹੇ ਘਰ ਦੀ ਇੰਸ਼ੋਰੈਂਸ ਨੂੰ ਲੈ ਕੇ ਅਸੀਂ ਕਾਰ ਸੜਕ ਤੇ ਚਲਾਉਂਦੇ ਹਾਂ, ਅਸੀਂ ਵਹੀਕਲ ਇੰਸ਼ੋਰੈਂਸ ਕਰਵਾਉਂਦੇ ਹਾਂ, ਹਨਾ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਹਰ ਬੰਦਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ। ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਇਹ ਵੀ ਸੋਚਦੇ ਹਾਂ ਵੀ ਅਸੀਂ ਆਪਣੇ ਪਰਿਵਾਰਾਂ ਦੇ ਲਈ ਜੇਕਰ ਖੁਦਾ ਨਾ ਖਾਸਤਾ ਕੋਈ ਮੇਨ ਮੈਂਬਰ ਹੈ, ਕੋਈ ਵੀ ਬੰਦਾ ਉਹਨੂੰ ਕੁਝ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਸ ਦੇ ਜਿਹੜੇ ਪਰਿਵਾਰ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਸਹਾਇਤਾ ਮਿਲ ਜਾਵੇ। ਇੱਕ ਹੋਰ ਜਿਹੜੀ ਕ੍ਰਿਟੀਕਲ ਇਲਨੈਸ ਦਾ ਪੁਆਇੰਟ ਜਿੱਥੇ ਤੱਕ ਮੈਨੂੰ ਸਮਝ ਆਇਆ ਹੈਗਾ ਵੀ ਜੇਕਰ ਤੁਹਾਨੂੰ ਕੁਝ ਨਾ ਕੁਝ ਬਿਮਾਰੀ ਏਦਾਂ ਦੀ ਹੋ ਜਾਂਦੀ, ਜਿਵੇਂ ਹੈਰੀ ਜੀ ਨੇ ਦੱਸਿਆ ਕਿ 25 ਤਰ੍ਹਾਂ ਦੀ ਜਿਹੜੀਆਂ ਏਦਾਂ ਦੀਆਂ ਬਿਮਾਰੀਆਂ ਹੈਗੇ ਨੇ, ਉਸ ਤੋਂ ਬਾਅਦ ਤੁਹਾਡੇ ਕੰਮ ਤੇ ਇਫੈਕਟ ਪੈਂਦਾ ਤਾਂ ਤੁਹਾਨੂੰ ਕੋਈ ਨਾ ਕੋਈ ਜਿਹੜੀ ਇੰਸ਼ੋਰੈਂਸ ਹੈਗੀ ਜਿਹੜੀ ਇੰਸ਼ੋਰਡ ਕਰਦੀ ਹੈ ਜੀ। ਬਿਲਕੁਲ। ਇਹਦੇ ਵਿੱਚ ਟਾਈਮ ਏਜ ਦੀ ਆਪਾਂ ਗੱਲ ਕਰਦੇ ਹਾਂ ਸਰ, ਇਹਦੇ ਵਿੱਚ ਕੀ ਸਰਕਮਸਟੈਂਸਸ ਕੀ ਬਣਦੇ ਨੇ, ਕਿਸ ਏਜ ਤੋਂ ਕਿਸ ਤਰ੍ਹਾਂ ਦੇ ਲੋਕ ਲੈਂਦੇ ਨੇ? ਕਿਉਂਕਿ ਕਈ ਦਫਾ ਬਿਮਾਰੀਆਂ ਦੀ ਗੱਲ ਹੁੰਦੀ ਹੈ ਵੀ ਆਪਾਂ ਸੁਣਨ ਦੇ ਵਿੱਚ ਆਉਂਦਾ ਜਿਵੇਂ ਜੈਨੇਟਿਕ ਬਿਮਾਰੀਆਂ ਹੁੰਦੀਆਂ ਨੇ ਵੀ ਉਹਨਾਂ ਦੇ ਜੀ ਪੇਰ ਅੱਗੇ ਤੋਂ ਪਿੱਛੇ ਤੋਂ ਚੱਲਦੀਆਂ ਆ ਰਹੀਆਂ ਨੇ ਜੀ ਬਿਮਾਰੀਆਂ। ਬੰਦਿਆਂ ਨੂੰ ਹੁੰਦਾ ਵੀ ਯਾਰ ਬਈ ਇਹ ਹੈ ਵੀ ਕੁਝ ਬੰਦੇ ਨੂੰ 40 ਸਾਲ ਤੋਂ ਬਾਅਦ ਕੋਈ ਏਦਾਂ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ 50 ਸਾਲ ਤੋਂ ਬਾਅਦ ਏਦਾਂ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਕੀ ਏਦਾਂ ਦੀਆਂ ਬਿਮਾਰੀਆਂ ਵੀ ਤੁਸੀਂ ਦੇਖਣ ਦੇ ਵਿੱਚ ਆਉਂਦੇ ਵੀ ਇਹ ਇੱਥੇ ਵੀ ਕਵਰੇਜ ਮਿਲਦਾ ਇਹਨਾਂ ਚੀਜ਼ਾਂ ਨੂੰ ਲੈ ਕੇ? ਹਾਂਜੀ, ਇਹਦੇ ਚ ਜੀ ਬਹੁਤ ਜ਼ਿਆਦਾ ਵਧੀਆ, ਇਹਦੇ ਵਿੱਚ ਬੜੇ ਚੰਗੇ ਪਲਾਨ ਨੇ ਜਿਹਦੇ ਵਿੱਚ ਕਿ ਤੁਸੀਂ ਜਦੋਂ ਡਾਇਗਨੋਸ ਹੋ ਜਾਂਦਾ ਹੈ ਬੰਦਾ ਉਦੋਂ ਦੁਬਾਰਾ ਕੰਮ ਨਹੀਂ ਕਰ ਸਕਦਾ, ਤਾਂ ਉਦੋਂ ਸਾਨੂੰ ਜਿਹੜਾ ਇਹ ਬੈਨੀਫਿਟਸ ਮਿਲਦੇ ਨੇ ਤਾਂ ਉਹ ਤੁਹਾਡੀ ਮਨੀ ਹੁੰਦੀ ਹੈ ਕਿ ਉਹਦੇ ਵਿੱਚ ਜਾ ਕੇ ਤੁਸੀਂ ਉਸ ਮਨੀ ਨੂੰ ਤੁਸੀਂ ਆਪਣਾ, ਹੁਣ ਮੈਂ ਇਹਦੇ ਥੋੜਾ ਜਿਹਾ ਤੁਹਾਨੂੰ ਇੱਕ ਪੁਆਇੰਟ ਕਲੀਅਰ ਕਰਨਾ ਚਾਹੁੰਦਾ ਕਿ ਸਪੋਜ਼ ਕਰੋ ਬੰਦੇ ਨੇ ਲਾਈਫ ਇੰਸ਼ੋਰੈਂਸ ਦੇ ਨਾਲ ਕ੍ਰਿਟੀਕਲ ਇਲਨੈਸ ਵੀ ਲਈ ਹੋਈ ਹੈ। ਓਕੇ, ਹੁਣ ਉਹ ਬੰਦੇ ਨੂੰ 10 ਸਾਲ ਜਾਂ 15 ਸਾਲ ਜਾਂ 20 ਸਾਲ ਦੇ ਵਿੱਚ ਡਾਇਗਨੋਸ ਹੋ ਗਿਆ, ਕੋਈ ਵੀ ਬਿਮਾਰੀ, ਕੋਈ ਕੈਂਸਰ ਜਾਂ ਟੀਵੀ ਕੁਝ ਵੀ ਡਾਇਗਨੋਸ ਹੋ ਗਿਆ, ਤਾਂ ਉਦੋਂ ਸਾਡਾ ਜਿਹੜਾ ਇੱਥੇ ਟ੍ਰੀਟਮੈਂਟ ਦਾ ਮੈਡੀਕਲ ਸਿਸਟਮ ਆ ਥੋੜਾ ਜਿਹਾ ਵੇਟਿੰਗ ਵਾਲਾ, ਕੈਨੇਡਾ ਦੀ ਗੱਲ ਕਰ ਰਿਹਾ ਮੈਂ, ਕਿ ਜਿਵੇਂ ਸਾਡੀ ਸਰਜਰੀ ਜਾਂ ਕੋਈ ਟ੍ਰੀਟਮੈਂਟ ਆ ਕਈ ਵਾਰ ਸਾਨੂੰ ਬੜੀ ਵੇਟਿੰਗ 1.5 2 ਸਾਲ ਵੀ ਵੇਟਿੰਗ 'ਚ ਪੈਣਾ ਪੈਂਦਾ ਹੈ ਸਾਨੂੰ ਕੋਈ ਪ੍ਰੋਬਲਮ, ਤਾਂ ਉਦੋਂ ਜੇਕਰ ਤੁਹਾਨੂੰ ਲਿਵਿੰਗ ਡਾਇਗਨੋਸ ਹੋਇਆ ਸਾਨੂੰ ਨਾਲ ਦੀ ਨਾਲ ਪੈਸੇ ਆ ਗਏ ਕੰਪਨੀ ਤੋਂ। ਓਕੇ, ਹਨਾ, ਕਿ ਅਸੀਂ ਕ੍ਰਿਟੀਕਲ ਇਲਨੈਸ ਕਰਾਈ ਸੀ, ਸਪੋਜ਼ ਕਰੋ 2 ਲੱਖ ਦੀ ਕਰਾਈ ਸੀ, 2 ਲੱਖ ਸਾਡੇ ਕੋਲੇ ਆ ਗਿਆ, ਹੁਣ ਅਸੀਂ $2 ਲੱਖ ਸਾਡੇ ਹੱਥ ਦੇ ਉੱਤੇ ਆ, ਸਾਡੀ ਲੱਗਦਾ ਕਿ ਸਾਨੂੰ ਕੋਈ ਸਾਡੀ ਕਿਡਨੀਆਂ ਦੀ ਪ੍ਰੋਬਲਮ ਆ, ਸਾਨੂੰ ਆਪਰੇਟ ਕਰਨ ਦੀ ਕੋਈ ਜ਼ਰੂਰਤ ਆ, ਤਾਂ ਸਾਡਾ ਕੈਨੇਡਾ ਦੇ ਵਿੱਚ ਵੇਟਿੰਗ ਪੀਰੀਅਡ ਹੋ ਸਕਦਾ 6 ਮਹੀਨੇ ਵੇਟ ਹੋਵੇ, ਤਾਂ ਸਾਡੇ ਕੋਲੇ ਪੈਸਾ ਹੈਗਾ, ਅਸੀਂ ਜਾ ਕੇ USA, ਇੰਡੀਆ, ਇੰਗਲੈਂਡ, ਜਿੱਥੇ ਵੀ ਤੁਹਾਨੂੰ ਲੱਗਦਾ ਕਿ ਬੈਸਟ ਮੈਡੀਕਲ ਸਿਸਟਮ ਆ, ਤੁਸੀਂ ਆਪਣੇ ਪੈਸੇ ਨਾਲ ਜਾ ਕੇ ਉੱਥੇ ਟ੍ਰੀਟਮੈਂਟ ਕਰਾਓ। ਤੁਸੀਂ ਕਿਤੇ ਵੀ ਜਾ ਕੇ ਟ੍ਰੀਟਮੈਂਟ ਕਰਾ ਸਕਦੇ ਹੋ, ਪੈਸਾ ਤੁਹਾਡੇ ਅਕਾਊਂਟ ਤੁਹਾਡਾ ਪੈਸਾ ਜੀ ਆ ਸਕਦਾ। ਜਿਵੇਂ ਆਮ ਤੌਰ ਤੇ ਕੁਝ ਜਿਵੇਂ ਇੰਸ਼ੋਰੈਂਸਸ ਦੀ ਗੱਲ ਹੁੰਦੀ ਹੈ, ਜਿੱਥੇ ਤੱਕ ਮੈਨੂੰ ਵੀ ਜਿਵੇਂ ਤੁਸੀਂ ਕਿਸੇ ਹਸਪੀਟਲ ਦੇ ਵਿੱਚ ਗਏ, ਉੱਥੇ ਹਸਪੀਟਲ ਦਾ ਜੋ ਬਿੱਲ ਬਣਿਆ ਉਹ ਇੰਸ਼ੋਰੈਂਸ ਹੈ, ਉਹ ਬਿੱਲ ਨੂੰ ਕਵਰ ਕਰਦੀ ਹੈ। ਨਹੀਂ, ਇਹਦੇ ਵਿੱਚ ਪੈਸਾ ਤੁਹਾਡੇ ਕੋਲੇ ਆ ਜਾਣਾ ਵਾ, ਤੁਸੀਂ ਉਸ ਪੈਸੇ ਨੂੰ ਤੁਸੀਂ ਘਰ ਫ੍ਰੀ ਕਰ ਦਿਓ, ਤੁਸੀਂ ਘੁੰਮਣ ਫਿਰਨ ਲਈ ਯੂਜ਼ ਕਰ ਲਓ, ਤੁਸੀਂ ਆਪਣੇ ਬੱਚਿਆਂ ਨੂੰ ਦੇ ਦਿਓ, ਤੁਸੀਂ ਆਪਣੀ ਟ੍ਰੀਟਮੈਂਟ ਕਰਾ ਲਓ। ਓਕੇ, ਇਹ ਜਿਹੜਾ ਪੈਸਾ ਤੁਹਾਡਾ ਹੈ, ਉਹਨਾਂ ਨੇ ਡਾਇਗਨੋਸ ਕੀਤਾ, ਡਾਕਟਰ ਨੇ ਕਿ ਆਉਣ ਵਾਲੇ ਸਾਨੂੰ ਸਪੋਜ਼ ਕਿ 25 ਸਾਲਾਂ ਦੇ ਲਈ ਜਾਂ 75 ਸਾਲ 'ਚ ਅਸੀਂ ਲਈਏ, ਸਾਨੂੰ ਕਿਸੇ ਉਮਰ 'ਚ ਜਾ ਕੇ ਕੋਈ ਨਾ 25 ਬਿਮਾਰੀਆਂ ਦੇ ਵਿੱਚੋਂ ਇਹ ਨਾਮੁਰਾਦ ਭਿਆਨਕ ਬਿਮਾਰੀਆਂ 'ਚੋਂ ਕੋਈ ਬਿਮਾਰੀ ਨੇ ਫੜ ਲਿਆ ਸਾਨੂੰ, ਤਾਂ ਉਦੋਂ ਜਾ ਕੇ ਸਾਨੂੰ ਇਹ ਪੈਸਾ ਇੰਸ਼ੋਰੈਂਸ ਕੰਪਨੀ ਨੇ ਤੁਹਾਡੇ ਘਰ ਭੇਜ ਦੇਣਾ, ਤੁਹਾਨੂੰ ਦੇ ਦੇਣਾ। ਇਹ ਤੁਹਾਡਾ ਪੈਸਾ ਹੈ, ਤੁਸੀਂ ਉਹਦੇ ਨਾਲ ਟ੍ਰੀਟਮੈਂਟ ਕਰਾਓ, ਤੁਸੀਂ ਘੁੰਮੋ ਫਿਰੋ, ਤੁਸੀਂ ਬੱਚਿਆਂ ਨੂੰ ਦਿਓ, ਜੋ ਵੀ ਕਰਨਾ ਕਰੋ। ਇਹ ਡਾਇਰੈਕਟ ਬਿਲਿੰਗ ਵਾਲਾ ਸਿਸਟਮ ਨਹੀਂ ਹੈ, ਜਿਵੇਂ ਆਪਾਂ ਸੁਪਰ ਵੀਜ਼ਾ ਵਿਜ਼ਟਰ ਵੀਜ਼ੇ 'ਚ ਡਾਇਰੈਕਟ ਬਿਲਿੰਗ ਕਰਦੀਆਂ ਕੰਪਨੀਆਂ ਹਸਪੀਟਲ ਨੂੰ, ਇਹਦੇ ਵਿੱਚ ਪੈਸਾ ਮਿਲਦਾ। ਤੁਸੀਂ ਉਹ ਕਹਿੰਦੇ ਕਿ ਤੁਸੀਂ ਜੀ ਆਪਣੀ ਟ੍ਰੀਟਮੈਂਟ ਕਰਾਓ, ਜੋ ਇਹ ਤੁਹਾਡਾ ਪੈਸਾ ਹੈ।
ਜੀ ਰਾਈਟ, ਇਹਦੇ ਬਿਲਕੁਲ। ਵਿੱਚ। ਹਾਂਜੀ ਪ੍ਰਮਾਤਮਾ ਕਰੇ ਕਿਸੇ ਵੀ ਘਰ ਦੇ ਵਿੱਚ ਏਦਾਂ ਦੀ ਕੋਈ ਬਿਮਾਰੀ ਹਨ ਨਾ ਆਵੇ, ਅਸੀਂ ਇਹੀ ਦੁਆ ਕਰਦੇ ਹਾਂ। ਲੇਕਿਨ ਕਿਤੇ ਨਾ ਕਿਤੇ ਸਾਨੂੰ ਜਿਹੜੇ ਹੈਗਾ ਅੱਜ ਦੀ ਡੇਟ ਦੇ ਵਿੱਚ ਥੋੜਾ ਜਿਹਾ ਏਦਾਂ ਦੇ ਸਵਾਲ ਸਾਨੂੰ ਜ਼ਰੂਰ ਆਉਂਦੇ ਨੇ। ਅਸੀਂ ਇਸ ਕਰਕੇ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਦੇਣ ਦੇ ਵਚਨਬੱਧ ਹੁੰਦੇ ਹਾਂ। ਅਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ, ਜਿੱਦਾਂ ਅੱਜ ਸਾਡੇ ਨਾਲ ਹਰਜਿੰਦਰ ਹੈਰੀ ਜੀ ਆਏ ਨੇ, ਸਾਨੂੰ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਇਹਨਾਂ ਤੋਂ ਇੰਸ਼ੋਰੈਂਸ ਦੇ ਵਿੱਚ ਕਾਫੀ ਫੀਲਡਸ ਦੇ ਵਿੱਚ ਐਕਸਪਰਟ ਨੇ। ਅੱਜ ਆਪਾਂ ਕ੍ਰਿਟੀਕਲ ਇਲਨੈਸ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਉਹ ਇੰਸ਼ੋਰੈਂਸ ਕਿੱਦਾਂ ਕਰਾਉਣੀ ਚਾਹੀਦੀ ਹੈ, ਕੀ ਉਹਦੇ ਫਾਇਦੇ ਹੁੰਦੇ ਨੇ। ਅੱਛਾ ਸਰ, ਕ੍ਰਿਟੀਕਲ ਇਲਨੈਸ ਦੇ ਵਿੱਚ ਹੁੰਦਾ ਵੀ ਆਪਾਂ ਇੱਥੇ ਚਲੋ ਬੈਠਦੇ ਵੀ ਬੰਦਾ ਹਰ ਇੱਕ ਤਰ੍ਹਾਂ ਬੰਦਾ ਸੋਚਦਾ ਵੀ ਮੈਂ ਇੰਨੀਆਂ ਇੰਸ਼ੋਰੈਂਸਿਸ ਕਰਵਾਉਣਾ ਹੈ। ਇਹਦੇ ਵਿੱਚ ਲਾਈਫ ਇੰਸ਼ੋਰੈਂਸ ਤੁਸੀਂ ਦੱਸਿਆ ਵੀ ਜਿਹਨੇ ਲਾਈਫ ਇੰਸ਼ੋਰੈਂਸ ਕਰਾਈ ਤੇ ਕ੍ਰਿਟੀਕਲ ਇਲਨੈਸ ਵੀ ਕਰਾਈ, ਇਹ ਫਿਰ ਦੋਨੋਂ ਪੈਰਲਲ ਚੱਲਦੀਆਂ ਨੇ? ਵੀ ਇੱਕ ਬੰਦੇ ਨੇ ਲਾਈਫ ਇੰਸ਼ੋਰੈਂਸ ਵੀ ਕਰਾਈ ਹੋਈ ਹੈ ਤੇ ਉਹ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਕਰਾ ਲਏ, ਇਹ ਦੋਨੋਂ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਨੇ ਜਾਂ ਉਹਨਾਂ ਦੋਨਾਂ ਨੂੰ ਪੈਰਲਲ ਅਲੱਗ-ਅਲੱਗ ਹੁੰਦੀਆਂ ਨੇ? ਬਹੁਤ ਅੱਛਾ ਕੁਐਸਚਨ ਹੈ ਜੀ। ਇਹ ਮੋਸਟਲੀ ਸਾਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਜੀ ਕਿ ਜੇਕਰ ਸਾਡੀ ਲਾਈਫ ਇੰਸ਼ੋਰੈਂਸ ਹੋਈ ਹੈ ਜੀ, ਕ੍ਰਿਟੀਕਲ ਇਲਨੈਸ ਹੋਈ ਹੈ, ਤਾਂ ਉਹ ਸਾਨੂੰ ਦੋਨੋਂ ਕਰਾਉਣੀਆਂ ਜ਼ਰੂਰੀ ਹੈ ਜਾਂ ਦੋਨਾਂ ਦੇ ਬੈਨੀਫਿਟ ਮਿਲਦੇ ਨੇ? ਤਾਂ ਮੈਂ ਦੱਸਣਾ ਚਾਹੁੰਦਾ ਹਾਂਜੀ, ਇਹਦੇ ਵਿੱਚ ਦੋਨਾਂ ਦੇ ਬੈਨੀਫਿਟ ਅਲੱਗ-ਅਲੱਗ ਮਿਲਦੇ ਨੇ। ਓਕੇ, ਜਿਵੇਂ ਸਪੋਜ਼ ਕਰੋ ਕਿ ਤੁਸੀਂ ਲਾਈਫ ਇੰਸ਼ੋਰੈਂਸ ਲਈ ਆ, ਤਾਂ ਪਹਿਲਾਂ ਤਾਂ ਮੈਂ ਇੱਕ ਪੁਆਇੰਟ ਕਰਨਾ ਚਾਹੁੰਦਾ ਕਲੀਅਰ ਕਿ ਜਦੋਂ ਲਾਈਫ ਇੰਸ਼ੋਰੈਂਸ ਅਸੀਂ ਅਪਲਾਈ ਕਰਦੇ ਹਾਂ ਕਿਸੇ ਵੀ ਏਜੰਟ ਤੋਂ, ਕਿਸੇ ਕੰਪਨੀ ਤੋਂ ਵੀ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਆ ਤਾਂ ਏਜੰਟ ਨੂੰ ਆਪਣੇ ਘਰ ਬੁਲਾਓ ਜੀ, ਉਹਨੂੰ ਆਪਣੀ ਲਾਈਫ ਇੰਸ਼ੋਰੈਂਸ ਦੀ ਲਾਇਬਿਲਿਟੀ ਬਾਰੇ ਦੱਸੋ ਕਿ ਇੰਨਾ ਲੋਨ ਹੈ, ਇੰਨੇ ਬੱਚੇ ਨੇ ਸਾਡੇ, ਤਾਂ ਇਦਾਂ ਨਾਲ ਤੁਸੀਂ ਉਸ ਦੇ ਨਾਲ ਡਿਸਕਸ ਕਰੋ ਕਿ ਸਾਡੀ ਫੈਮਿਲੀ ਹਿਸਟਰੀ ਕੀ ਆ। ਕਿਉਂਕਿ ਜਿਹੜੀ ਕ੍ਰਿਟੀਕਲ ਇਲਨੈਸ ਅੱਜ ਅਸੀਂ ਗੱਲ ਕਰ ਰਹੇ ਹਾਂ ਲਿਵਿੰਗ ਬੈਨੀਫਿਟ ਇੰਸ਼ੋਰੈਂਸ ਦੀ, ਤਾਂ ਇਹ ਸਾਡੀ ਫੈਮਿਲੀ ਹਿਸਟਰੀ ਨਾਲ ਵੀ ਰਿਲੇਟਡ ਆ। ਇੱਕ ਜੈਨੇਟਿਕ, ਜਿਵੇਂ ਕਈ ਫੈਮਿਲੀ ਦੇ ਵਿੱਚ ਸਾਨੂੰ ਦੇਖਣ ਚ ਆ ਰਿਹਾ ਕਿ ਸਾਡੇ ਦਾਦੀ ਨੂੰ ਜਾਂ ਦਾਦੀ ਨੂੰ ਜਾਂ ਨਾਨੇ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਜੀ, ਤਾਂ ਉਹ ਅੱਗੇ ਫੈਮਿਲੀ 'ਚ ਜਿਹੜਾ ਜੀਨ ਦੇ ਵਿੱਚ ਟਰੈਵਲ ਕਰਦੀ ਹੈ ਜਿਹੜੀਆਂ ਬਿਮਾਰੀਆਂ ਨੇ ਇਹ, ਤਾਂ ਉਦੋਂ ਆ ਕੇ ਸਾਨੂੰ ਹੋ ਸਕਦਾ ਕਿਸੇ ਵੀ ਪੀੜ੍ਹੀ ਨੂੰ ਦੁਬਾਰਾ ਫੜ ਲੈਂਦੀਆਂ ਨੇ ਜੀ। ਤਾਂ ਉਦੋਂ ਅਸੀਂ ਸਾਡਾ ਕੰਮ ਕਰਨ ਦਾ, ਸਾਡੀ ਹੋਪ ਇੰਸ਼ੋਰੈਂਸ ਬ੍ਰੋਕਰ ਤੋਂ ਅਸੀਂ ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸੇ ਨੂੰ ਲਾਈਫ ਇੰਸ਼ੋਰੈਂਸ ਦਿੰਨੇ ਆ ਤਾਂ ਸਾਡਾ ਇੱਕ ਫਾਰਮ ਬਣਿਆ, ਉਹਦੇ ਵਿੱਚ ਅਸੀਂ ਰਾਈਟ ਵੀ ਉਹਨੂੰ ਕੁਐਸਚਨ ਕਰਦੇ ਨੇ ਕਿ ਤੁਸੀਂ ਆਪਣੀ ਫੈਮਿਲੀ ਹਿਸਟਰੀ ਬਾਰੇ ਸਾਨੂੰ ਦੱਸੋ ਜੀ। ਤੁਹਾਡੇ ਫੈਮਿਲੀ ਹਿਸਟਰੀ 'ਚ ਕਦੇ ਕਿਸੇ ਨੂੰ ਹਾਰਟ ਅਟੈਕ ਨਾਲ ਡੈਥ ਤਾਂ ਨਹੀਂ ਹੋਏਗੀ, ਕਦੇ ਕਿਸੇ ਨੂੰ ਟੀਬੀ ਨਾਲ ਡੈਥ ਤਾਂ ਨਹੀਂ ਹੋਏਗੀ, ਕਦੇ ਕਿਸੇ ਨੂੰ ਕੈਂਸਰ ਨਾਲ ਡੈਥ ਤਾਂ ਨਹੀਂ ਹੋਏਗੀ। ਸੌਰੀ, ਸਾਨੂੰ ਇੱਕ ਕੁਐਸਚਨ ਪੁੱਛਣੇ ਪੈਂਦੇ ਆ ਜੀ, ਸਾਡਾ ਫੀਲਡ ਹੀ ਇਦਾਂ ਦਾ, ਕਿਉਂਕਿ ਸਾਡੀ ਇਹ ਹੁੰਦੀ ਹੈ ਕਿ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਆ, ਸਾਡੀ ਜਿਹੜੀ ਐਜੂਕੇਸ਼ਨ ਆ, ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਸੀਂ ਉਹਨਾਂ ਪ੍ਰੋਬਲਮਾਂ ਤੋਂ ਨਿਕਲ ਸਕੋ, ਕਿਉਂਕਿ ਤੁਸੀਂ ਪੈਸਾ ਦੇ ਕੇ ਆਪਣੇ ਰਿਸਕ ਨੂੰ ਕਵਰ ਕਰਦੇ ਆ। ਤਾਂ ਇਹ ਮੈਂ ਦੁਬਾਰਾ ਰਿਪੀਟ ਇਸ ਲਈ ਕਰ ਰਿਹਾ ਕਿ ਜਦੋਂ ਅਸੀਂ ਇੱਕ ਕੁਐਸਚਨ ਕਰਦੇ ਆ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਆਪਣੀ ਫੈਮਿਲੀ ਹਿਸਟਰੀ ਬਾਰੇ ਜ਼ਰੂਰ ਡਿਸਕਸ ਕਰੋ। ਹੁਣ ਜੇ ਕਿਤੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਲੱਗਦਾ ਹੈ ਤੁਹਾਨੂੰ ਕਿ ਤੁਹਾਡੀ ਪਿੱਛੇ ਪੀੜ੍ਹੀਆਂ ਦੇ ਵਿੱਚ ਜਾਂ ਤੁਹਾਡੀ ਫੈਮਿਲੀ 'ਚ ਜੈਨੇਟਿਕ ਪ੍ਰੋਬਲਮ ਆ ਰਹੀ ਹੈ ਕਿ ਸ਼ੂਗਰ ਦੀ ਪ੍ਰੋਬਲਮ ਜਾਂ ਕੈਂਸਰ ਦੀ ਜਾਂ ਕੋਈ ਵੀ ਆ ਰਹੀ ਹੈ, ਤਾਂ ਤੁਸੀਂ ਉਸ ਇੰਸ਼ੋਰੈਂਸ ਏਜੰਟ ਨਾਲ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਆ ਜ਼ਰੂਰ ਡਿਸਕਸ ਕਰੋ ਕਿ ਜੇਕਰ ਸਾਨੂੰ ਇਹ ਪ੍ਰੋਬਲਮ ਆ ਸਕਦੀ ਹੈ ਜਾਂ ਆ ਜਾਵੇ ਤਾਂ ਅਸੀਂ ਕਿੱਦਾਂ ਕਵਰ ਕਰਦੇ ਹਾਂ। ਤਾਂ ਫਿਰ ਅਸੀਂ ਕ੍ਰਿਟੀਕਲ ਇਲਨੈਸ ਲੈਂਦੇ ਹਾਂ, ਤੇ ਜਦੋਂ ਅਸੀਂ ਲਾਈਫ ਇੰਸ਼ੋਰੈਂਸ ਲੈਂਦੇ ਹਾਂ ਤਾਂ ਕ੍ਰਿਟੀਕਲ ਇਲਨੈਸ ਨੂੰ ਨਾਲ ਹੀ ਅਟੈਚ ਕਰਾ ਲਓ। ਰਾਈਟ, ਇੱਕ ਤਾਂ ਸਸਤੀ ਬਣ ਜਾਂਦੀ ਹੈ ਜੀ, ਇੱਕ ਤੁਹਾਡਾ ਮੈਡੀਕਲ ਜਦੋਂ ਲਾਈਫ ਇੰਸ਼ੋਰੈਂਸ ਦਾ ਹੋਣ ਹੁੰਦਾ ਤਾਂ ਉਹਦੇ ਚ ਇਨਕਲੂਡ ਕ੍ਰਿਟੀਕਲ ਇਲਨੈਸ ਦਾ ਵੀ ਹੋ ਜਾਂਦਾ ਹੈ, ਤੁਹਾਨੂੰ ਅਲੱਗ ਤੋਂ ਲੈਣ ਦੀ ਲੋੜ ਨਹੀਂ। ਅਸੀਂ ਹੁਣ ਜਿਹੜੀ ਅਸੀਂ ਲਾਈਫ ਇੰਸ਼ੋਰੈਂਸ ਕਰਦੇ ਹਾਂ ਤਾਂ ਅਸੀਂ ਮੋਸਟਲੀ ਕ੍ਰਿਟੀਕਲ ਇਲਨੈਸ ਜੇਕਰ ਫੈਮਿਲੀ ਹਿਸਟਰੀ ਹੋਵੇ ਉਹ ਦੱਸ ਦੇਣ ਸਾਨੂੰ ਫੈਮਿਲੀ ਕਿ ਹਾਂਜੀ ਸਾਡੇ ਜੀ ਮਾਤਾ ਜੀ ਨੂੰ ਸ਼ੂਗਰ ਹੈ ਜੀ, ਉਹ ਦਵਾਈ ਖਾਂਦੇ ਨੇ ਜਾਂ ਇਨਸੂਲਿਨ ਲੈਂਦੇ ਨੇ, ਜਾਂ ਕਿਡਨੀਆਂ ਦੀ ਪ੍ਰੋਬਲਮ ਆ ਗਈ ਸੀ ਜੀ ਕਿਸੇ ਨੂੰ, ਜਾਂ ਸਟ੍ਰੋਕ ਹੋ ਗਿਆ ਸੀਗਾ ਜੀ ਸਾਡੇ ਬਜ਼ੁਰਗਾਂ ਨੂੰ, ਤਾਂ ਅਸੀਂ ਉਹਨਾਂ ਨੂੰ ਸਟਰੋਂਗਲੀ ਸੁਜੈਸਟ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਲਓ, ਨਾਲ ਕ੍ਰਿਟੀਕਲ ਇਲਨੈਸ ਜ਼ਰੂਰ ਲਓ ਜੀ, ਕਿਉਂਕਿ ਤੁਹਾਨੂੰ ਇਹ ਜ਼ਰੂਰੀ ਆ, ਕਿਉਂਕਿ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਇਹ ਬਿਮਾਰੀ ਦੁਬਾਰਾ ਕੋਈ ਪ੍ਰੋਬਲਮ ਨਾ ਦੇਵੇ, ਕਵਰ ਕਰਕੇ ਰੱਖੋ ਤੁਹਾਡਾ ਰਿਸਕ। ਤਾਂ ਅਸੀਂ ਇੱਕੋ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਿਟੀ, ਇਹ 3-4 ਇੰਸ਼ੋਰੈਂਸਾਂ ਅਸੀਂ ਇਕੱਠੀਆਂ ਕਰਕੇ ਇੱਕੋ ਪਾਲਿਸੀ 'ਚ ਪਾ ਦਿੰਦੇ ਹਾਂ, ਉਹਦੇ 'ਚ ਤੁਹਾਨੂੰ ਸਸਤੀ ਪੈਂਦੀ ਆ ਤੇ ਤੁਹਾਡੇ ਸਾਰੇ ਕਵਰ ਹੋ ਜਾਂਦੇ ਨੇ ਰਿਸਕ। ਓਕੇ, ਹਾਂਜੀ। ਹੁਣ ਉਹਦੇ ਵਿੱਚ ਅਗਲੀ ਜਿਹੜੀ ਸੀਗੀ ਕਿ ਜਿਹੜੀ ਕ੍ਰਿਟੀਕਲ ਇਲਨੈਸ ਤੇ ਲਾਈਫ ਇੰਸ਼ੋਰੈਂਸ ਦੋਨੋਂ ਬੈਨੀਫਿਟ ਮਿਲਦੇ ਨੇ। ਹਾਂਜੀ, ਮੈਂ ਦੁਬਾਰਾ ਫਿਰ ਦੱਸਣਾ ਚਾਹੁੰਦਾ ਕਿ ਸਪੋਜ਼ ਕਰੋ ਬੰਦੇ ਨੇ ਲਾਈਫ ਇੰਸ਼ੋਰੈਂਸ ਦੇ ਨਾਲ ਕ੍ਰਿਟੀਕਲ ਇਲਨੈਸ ਲਈ ਆ 1 ਲੱਖ ਦੀ 2 ਲੱਖ ਦੀ, ਤਾਂ ਬੰਦਾ ਬਿਮਾਰ ਹੋ ਗਿਆ ਜੀ, ਕੋਈ ਇਲਨੈਸ ਆ ਗਈ ਆ, ਤਾਂ ਇਲਨੈਸ ਦੀ ਸਾਡੀ ਇੰਸ਼ੋਰੈਂਸ ਨੇ ਉਹਨੂੰ ਪੈਸਾ ਦੇ ਦੇਣਾ। ਜੇ 2 ਲੱਖ ਦੀ ਇੰਸ਼ੋਰੈਂਸ ਲਈ ਹੈ ਕ੍ਰਿਟੀਕਲ ਇਲਨੈਸ, ਤਾਂ ਉਹਨਾਂ ਨੇ ਕ੍ਰਿਟੀਕਲ ਇਲਨੈਸ ਲਈ ਉਹਨੂੰ ਪੈਸੇ ਭੇਜ ਦੇਣੇ, ਪੈਸੇ ਆ ਲਓ ਜੀ ਤੁਹਾਡੇ ਡਾਇਗਨੋਸ ਹੋ ਗਿਆ। ਇਹਦੇ ਵਿੱਚ ਸਰ ਕੋਈ ਟਾਈਮ ਲਿਮਿਟ ਹੁੰਦਾ? ਹਾਂਜੀ, 30 ਡੇਜ਼ ਦਾ ਵੇਟਿੰਗ ਪੀਰੀਅਡ ਹੈ, ਜਸਟ 30 ਡੇਜ਼। 30 ਡੇਜ਼ ਅੱਜ ਡਾਇਗਨੋਸ ਡਾਕਟਰ ਨੇ ਕੀਤਾ, 30 ਡੇਜ਼ ਦੇ ਬਾਅਦ ਕੰਪਨੀ ਨੇ ਤੁਹਾਨੂੰ ਪੈਸੇ ਦੇ ਦੇਣੇ। ਹੁਣ ਉਸ ਤੋਂ ਬਾਅਦ ਬੰਦੇ ਦੀ ਰੱਬ ਨਾ ਕਰੇ ਡੈਥ ਹੋ ਜੇ ਜੀ, ਬੰਦਾ ਚਲੇ ਜਾਵੇ, ਤਾਂ ਉਦੋਂ ਫਿਰ ਉਹਨੂੰ ਪੂਰੀ ਦੀ ਪੂਰੀ ਲਾਈਫ ਇੰਸ਼ੋਰੈਂਸ ਮਿਲਦੀ ਹੈ ਜੀ। ਪਹਿਲਾਂ ਕ੍ਰਿਟੀਕਲ ਇਲਨੈਸ ਦੇ ਪੈਸੇ ਮਿਲਦੇ, ਫਿਰ ਲਾਈਫ ਇੰਸ਼ੋਰੈਂਸ ਦੀ ਵੀ ਬੈਨੀਫਿਟ ਮਿਲਦਾ ਹੈ।
ਦੋਨੋਂ ਦੇ ਬੈਨੀਫਿਟ ਮਿਲਦੇ ਨੇ। ਤਾਂ ਮੈਂ ਇਹ ਦੱਸਣਾ ਚਾਹੁੰਦਾ। ਬਿਲਕੁਲ ਦੋਸਤੋ, ਕੁਝ ਖੱਟੀਆਂ ਗੱਲਾਂ ਹੁੰਦੀਆਂ ਨੇ, ਸਾਨੂੰ ਕੁਝ ਡਿਸਟਰਬ ਵੀ ਕਰਦੀਆਂ ਨੇ, ਲੇਕਿਨ ਸਾਡਾ ਮਕਸਦ ਇਹੀ ਹੈਗਾ ਕਿ ਅਸੀਂ ਤੁਹਾਡੇ ਨਾਲ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕੀਏ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਜ਼ਿੰਦਗੀ ਦਾ ਸੱਚ ਹੈਗਾ। ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸੇ ਨਾ ਕਿਸੇ ਬੰਦੇ ਨੂੰ ਜਿਹੜੀਆਂ ਹੈਗੀਆਂ ਘੇਰ ਲੈਂਦੀਆਂ ਨੇ। ਅਸੀਂ ਇਸ ਤੋਂ ਕਿੱਦਾਂ ਬਚਾਅ ਕਰ ਸਕਦੇ ਹਾਂ, ਕਿੱਦਾਂ ਅਸੀਂ ਆਪਣੇ ਫਿਊਚਰ ਦੇ ਲਈ, ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਜਿਹੜੀ ਹੈਗੀ ਸੇਫਟੀ ਰੱਖ ਸਕਦੇ ਹਾਂ, ਕਿੱਦਾਂ ਅਸੀਂ ਇੰਸ਼ੋਰ ਹੋ ਸਕਦੇ ਹਾਂ, ਇਹਦੇ ਲਈ ਤੁਹਾਡੇ ਕੋਲ ਇੱਕ ਇੰਸ਼ੋਰੈਂਸ ਦੇ ਲਈ ਉਹਨਾਂ ਦਾ ਐਕਸਪਰਟ ਹੋਣਾ, ਉਹਨਾਂ ਤੋਂ ਗਾਈਡੈਂਸ ਲੈਣੀ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਬਣਦੀ ਹੈ। ਉਹਦੇ ਲਈ ਤੁਸੀਂ ਹੋਪ ਇੰਸ਼ੋਰੈਂਸ ਦੇ ਨਾਲ ਕੰਟੈਕਟ ਕਰ ਸਕਦੇ ਹੋ। ਹਰਜਿੰਦਰ ਹੈਰੀ ਜੀ ਦਾ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ। ਹਰ ਵੀਰਵਾਰ ਨੂੰ ਸਾਡੇ ਨਾਲ ਇਸ ਪਲੇਟਫਾਰਮ ਦੇ ਉੱਤੇ ਜੁੜ ਕੇ ਤੁਹਾਡੇ ਨਾਲ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ। ਅੱਛਾ ਸਰ, ਕੁਛ ਹੁੰਦਾ ਵੀ ਜਿਵੇਂ ਆਪਾਂ ਗੱਲ ਸੁਣਦੇ ਹਾਂ ਵੀ ਕਈ ਜਿਵੇਂ ਇੱਕ ਦੋ ਸਾਡੇ ਕੋਲ ਕੁਐਸਚਨ ਮੇਰੇ ਮਨ ਦਾ ਜਿੱਦਾਂ ਸਵਾਲ ਹੈਗਾ ਵੀ ਜਦੋਂ ਅਸੀਂ ਪੇਮੈਂਟਸ ਅਸੀਂ ਜਿਹੜਾ ਮੰਥਲੀ ਅਸੀਂ ਪੇਮੈਂਟਸ ਕਰਦੇ ਹਾਂ ਇੰਸ਼ੋਰੈਂਸ ਦੀ ਜਿਹੜੀ ਹੈਗੀ ਆ ਉਹਦੀਆਂ ਕਿਸ਼ਤਾਂ ਪੇ ਕਰਦੇ ਹਾਂ, ਕੁਛ ਇਹਦੇ ਵਿੱਚ ਇਹ ਚਾਂਸ ਕੁਛ ਏਦਾਂ ਦੀ ਇੰਸ਼ੋਰੈਂਸ ਵੀ ਪੋਸੀਬਲ ਹੁੰਦਾ ਵੀ ਕੁਛ ਸਕੀਮਸ ਹੁੰਦੀਆਂ ਨੇ, ਜਿਵੇਂ ਮੈਂ ਬੈਕ ਇੰਡੀਆ ਬੈਕ ਹੋਮ ਦੀ ਗੱਲ ਕਰ ਲਾਂ ਵੀ ਉੱਥੇ ਹੁੰਦਾ ਵੀ ਤੁਸੀਂ ਇੰਨੇ ਸਾਲ ਪੇ ਕਰੋ, ਉਸ ਤੋਂ ਬਾਅਦ ਤੁਹਾਨੂੰ ਵਾਪਸ ਹੋ ਜਾਊਗਾ। ਅਗਰ ਤੁਹਾਨੂੰ ਕੁਝ ਨਹੀਂ ਹੋਇਆ ਤਾਂ ਜਿਹੜਾ ਤੁਸੀਂ ਪੇ ਕੀਤਾ ਸੀ ਉਹ ਵਾਪਸ ਵੀ ਮਿਲ ਜਾਊਗਾ। ਕੋਈ ਏਦਾਂ ਦੀ ਆਪਸ਼ਨਸ ਹੁੰਦੀਆਂ ਨੇ, ਕੋਈ ਏਦਾਂ ਦੀ ਇੰਸ਼ੋਰੈਂਸ ਇਹਦੇ ਵਿੱਚ ਆਪਸ਼ਨ ਹੁੰਦੀ ਹੈ ਜਿਹੜੀ ਕ੍ਰਿਟੀਕਲ ਇਲਨੈਸ ਦੀ ਹੈ ਵੀ ਸਪੋਜ਼ ਵੀ ਕਿਸੇ ਨੇ ਕੀਤਾ, ਕੋਈ 20 ਸਾਲ ਲਈ ਕੀਤਾ, 25 ਸਾਲ ਲਈ ਕੀਤਾ, ਉਹ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਹੈਗਾ, ਉਸ ਤੋਂ ਬਾਅਦ ਉਹ ਅਗਲਾ ਸੋਚਦਾ ਵੀ ਮੈਂ 25 ਸਾਲ ਤਾਂ ਇੰਨੇ ਪੈਸੇ ਪੇ ਕਰਤੇ ਨੇ, ਉਹ ਪੈਸੇ ਕਿਤੇ ਚਲੇ ਗਏ। ਹਾਂਜੀ, ਉਹਦੇ ਲਈ ਕੋਈ ਉਹਦਾ ਰਿਫੰਡ ਜਾਂ ਉਹਦੀ ਜਿਵੇਂ ਕੋਈ ਪੈਨਸ਼ਨ ਜਾਂ ਕੋਈ ਏਦਾਂ ਦੀ ਕੋਈ ਕੀ ਆਪਸ਼ਨ ਹੁੰਦੀਆਂ ਨੇ ਇਹਦੇ ਵਿੱਚ? ਬਿਲਕੁਲ ਜੀ, ਬਿਲਕੁਲ ਵਾਲੀਆ ਸਾਹਿਬ, ਇਹਦੇ ਵਿੱਚ ਬਹੁਤ ਚੰਗੇ ਜਿਹੜੇ ਪ੍ਰੋਗਰਾਮ, ਚੰਗੀਆਂ ਇੰਸ਼ੋਰੈਂਸ ਦੇ ਜਿਹੜੇ ਪਲਾਨਸ ਨੇ ਇੱਥੇ ਰੈਦਰ ਦੈਨ ਇੰਡੀਆ। ਇੱਥੇ ਵੀ ਇੰਡੀਆ 'ਚ ਵੀ ਬਹੁਤ ਅੱਛੇ ਨੇ, ਪਰ ਇੱਥੇ ਵੀ ਹੁਣ ਇਹਨਾਂ ਬੜੇ ਵਧੀਆ ਨੇ ਪਲਾਨ ਕਿ ਜਿਹੜੀ ਕੰਪਨੀਆਂ ਨਾਲ ਅਸੀਂ ਕਰਦੇ ਹਾਂ। ਉਹਦੇ ਵਿੱਚ ਇੱਕ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਕ੍ਰਿਟੀਕਲ ਇਲਨੈਸ ਅੱਜ ਲਾਈਫ ਇੰਸ਼ੋਰੈਂਸ ਦੇ ਨਾਲ ਜਾਂ ਕ੍ਰਿਟੀਕਲ ਇਲਨੈਸ ਲੈ ਲਈ ਆ, ਤਾਂ ਕ੍ਰਿਟੀਕਲ ਇਲਨੈਸ ਦੇ ਵਿੱਚ ਜਿੰਨਾ ਤੁਸੀਂ ਪੈਸਾ ਪ੍ਰੀਮੀਅਮ ਪੇ ਕਰਤਾ ਹੈ ਤਾਂ ਇੱਕ ਉਮਰ ਦੇ ਵਿੱਚ ਜਾ ਕੇ ਉਹ ਪੂਰੇ ਦਾ ਪੂਰਾ ਤੁਹਾਨੂੰ ਪੈਸਾ ਵਾਪਸ ਮਿਲ ਜਾਂਦਾ ਹੈ ਜੇਕਰ ਕੋਈ ਕਲੇਮ ਨਹੀਂ ਆਉਂਦਾ ਹੈ। ਸਪੋਜ਼ ਕਰੋ ਮੈਂ ਇੱਥੇ ਫੋਰ ਐਗਜ਼ਾਮਪਲ ਕਿ ਅਸੀਂ ਕ੍ਰਿਟੀਕਲ ਇਲਨੈਸ ਲਈ ਅੱਜ 20 ਸਾਲ ਲਈ ਜਾਂ 75 ਸਾਲ ਦੇ ਲਈ ਹੈ, ਤਾਂ ਅੱਜ ਅਸੀਂ 30 ਸਾਲ 35 ਸਾਲ ਜਿੰਨੀ ਸਾਡੀ ਏਜ ਹੈਗੀ ਆ, ਤਾਂ ਤੁਸੀਂ 65 ਦੀ ਏਜ ਤੇ ਜਾ ਕੇ ਟੋਟਲ ਜਿਹੜੀ ਮਨੀ ਆ ਰਿਫੰਡ ਲੈ ਸਕਦੇ ਹੋ। ਤੁਸੀਂ ਜਿੰਨਾ ਦਿੱਤਾ ਟੈਕਸ ਫ੍ਰੀ ਮਨੀ ਹੈ। ਮੈਂ ਇੱਥੇ ਇੱਕ ਹੋਰ ਜ਼ਰੂਰੀ ਪੁਆਇੰਟ ਐਡ ਕਰਨਾ ਚਾਹੁੰਦਾ ਕਿ ਜਿਹੜੀ ਮਨੀ ਹੈ ਇਹ ਤੁਹਾਡੀ ਮਨੀ ਹੈ, ਟੈਕਸ ਫ੍ਰੀ, ਇਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਹੈਗਾ ਜੀ। ਇਹਦੇ ਵਿੱਚ ਕਿ ਜਿੰਨਾ ਤੁਸੀਂ ਪ੍ਰੀਮੀਅਮ ਪੇ ਕਰਤਾ ਕੰਪਨੀ ਨੂੰ, ਤਾਂ ਜਦੋਂ ਤੁਹਾਡੀ ਸਪੋਜ਼ ਉਮਰ 65 ਹੋ ਗਈ ਤਾਂ ਤੁਸੀਂ ਟੋਟਲ ਮਨੀ ਹੈ ਜਿਹੜੀ ਤੁਹਾਨੂੰ ਰਿਫੰਡ ਹੋ ਜਾਂਦੀ ਹੈ ਜੇਕਰ ਕੋਈ ਕਲੇਮ ਨਾ ਆਵੇ। ਹੁਣ ਤੁਸੀਂ ਦੇਖੋ ਕਿੰਨਾ ਵਧੀਆ ਇਹ ਪਲਾਨ ਆ ਕਿ ਤੁਹਾਨੂੰ ਤੁਹਾਡਾ ਰਿਸਕ ਤਾਂ ਕਵਰ ਕਰ ਰਹੀ ਕੰਪਨੀ। ਸਪੋਜ਼ ਅਸੀਂ 2 ਲੱਖ ਜਾਂ ਲੱਖ ਦੀ ਕ੍ਰਿਟੀਕਲ ਇਲਨੈਸ ਲੈ ਲਈ ਜੀ, ਤੇ ਅਸੀਂ ਪੈਸੇ ਭਰ ਰਹੇ ਹਾਂ, ਪਰ ਉਹਦੇ ਵਿੱਚ ਜੇਕਰ ਸਾਨੂੰ ਰੱਬ ਨਾ ਕਰੇ ਕਿਸੇ ਬਿਮਾਰੀ ਨੇ ਫੜ ਲਿਆ, ਸਾਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਗਈ ਆ, ਤਾਂ ਸਾਨੂੰ ਲੱਖ ਜਾਂ 2 ਲੱਖ ਜਿੰਨੀ ਲਈ ਆ ਸਾਨੂੰ ਪੈਸੇ ਮਿਲ ਜਾਣੇ ਆ ਜੀ। ਪਰ ਅਸੀਂ ਗੁੱਡ ਆ ਕਿ ਜੇਕਰ ਅਸੀਂ ਸਾਨੂੰ ਕੁਝ ਨਹੀਂ ਹੁੰਦਾ ਤੇ ਸਾਡੀ 올ਡ ਏਜ ਜਿਹੜਾ ਸਾਡਾ ਪੈਸਾ ਦਿੱਤਾ ਹੈ ਉਹ ਵੀ ਵਾਪਸ ਆ ਜਾਣਾ। ਉਹ ਜੇਕਰ ਕੋਈ ਕਲੇਮ ਨਹੀਂ ਹੁੰਦਾ ਤਾਂ ਜਿੰਨਾ ਅਸੀਂ ਪ੍ਰੀਮੀਅਮ ਦਿੱਤਾ ਹੈ ਸਾਨੂੰ ਉਹ ਵਿਦਆਊਟ ਐਨੀ ਇੰਟਰਸਟ, ਉਹਦੇ ਤੇ ਵਿਆਜ ਨਹੀਂ ਮਿਲਦਾ, ਤਾਂ ਜਿਹੜਾ ਤੁਹਾਡਾ ਪੂਰਾ ਪ੍ਰੀਮੀਅਮ ਦਿੱਤਾ ਹੁੰਦਾ ਉਹ ਤੁਹਾਨੂੰ ਵਾਪਸ ਆ ਜਾਂਦਾ ਹੈ ਵਿਦਆਊਟ ਐਨੀ ਟੈਕਸ ਕੱਟਿਆ। ਬਿਲਕੁਲ, ਬਹੁਤ ਵਧੀਆ ਇਹ ਪੁਆਇੰਟ ਟੈਕਸ ਫ੍ਰੀ ਮਨੀ ਹੈ। ਇੱਕ ਅਸੀਂ ਰਿਸਕ ਕਵਰ ਵੀ ਕਰ ਲੈਂਦੇ ਆ ਤੇ ਅਸੀਂ ਜਦੋਂ ਪੈਸਾ ਦਿੱਤਾ ਤੇ ਉਹ ਸੇਵਿੰਗ ਵੀ ਉਹਦੇ ਵਿੱਚ ਵਾਪਸ ਆ ਜਾਂਦੀ। ਇਹ ਵੀ ਚੀਜ਼ਾਂ ਇਹ ਬਹੁਤ ਕਈ ਵਾਰ ਲਾਈਫ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਇਹ ਚੀਜ਼ਾਂ ਥੋੜੀਆਂ ਮਹਿੰਗੀਆਂ ਪੈਂਦੀਆਂ ਸਾਨੂੰ। ਉਹਦੇ 'ਚ ਅਸੀਂ ਸੁਜੈਸਟ ਕਰਦੇ ਹਾਂ ਕਿ ਮਨੀ ਬੈਕ ਵਾਲੇ ਜਿਹੜੇ ਮਹਿੰਗੇ ਪਲਾਨ ਨੇ ਉਹ ਤੁਸੀਂ ਭਲਾ ਨਾ ਲਓ। ਲਾਈਫ ਇੰਸ਼ੋਰੈਂਸ ਟਰਮ ਇੰਸ਼ੋਰੈਂਸ 'ਚ ਲੈ ਲਓ, ਪਰ ਜਿਹੜੀ ਕ੍ਰਿਟੀਕਲ ਇਲਨੈਸ ਹੈ ਇਹਦੇ ਵਿੱਚ ਮਨੀ ਬੈਕ ਵਾਲੀ ਜ਼ਰੂਰ ਲਓ, ਕਿਉਂਕਿ ਬੜਾ ਵਧੀਆ ਇਹ ਇੱਕ ਪਲਾਨ ਆ ਜਿਹਦੇ ਵਿੱਚ ਸਾਨੂੰ ਪੂਰੇ ਦਾ ਪੂਰਾ ਪ੍ਰੀਮੀਅਮ ਵਾਪਸ ਆ ਜਾਂਦਾ ਹੈ ਔਰ ਟੈਕਸ ਫ੍ਰੀ ਮਨੀ ਹੁੰਦੀ ਹੈ। ਬਿਲਕੁਲ ਇਹ ਚੀਜ਼ਾਂ ਹੈਗੀਆਂ ਨੇ। ਤੇ ਇਹਦੇ ਨਾਲ ਸਰ ਇੱਕ ਆਪਾਂ ਕ੍ਰਿਟੀਕਲ ਇਲਨੈਸ ਦੀ ਜਿਹੜੀ ਹੈਗੀ ਹੈ ਆਮ ਕੁਝ ਏਜ ਫੈਕਟਰ ਹੁੰਦਾ ਵੀ ਕਿੰਨੀ ਏਜ ਦੇ ਲੋਕ ਜਿਹੜੇ ਹੈਗੇ ਨੇ ਸਟਾਰਟ ਕਰਾ ਲੈਣੀ ਚਾਹੀਦੀ ਹੈ, ਵੀ ਇੰਨੀ ਏਜ ਤੋਂ ਜਿਹੜੀ ਹੈਗੀ ਆਮ ਲੋਕ ਕਰਵਾ ਲੈਣੀ ਚਾਹੀਦੀ ਹੈ, ਕਿਉਂਕਿ ਯੰਗ ਦੀ ਗੱਲ ਹੁੰਦੀ ਹੈ, ਹਰ ਬੰਦਾ ਕਹਿੰਦਾ ਵੀ ਮੈਨੂੰ ਕੀ ਹੋਣਾ, ਹਰ ਬੰਦੇ ਦੀ ਸੋਚ ਹੁੰਦੀ ਹੈ। ਚਲੋ ਬਿਮਾਰੀਆਂ ਦਾ ਜਾਂ ਕਿਸੇ ਵੀ ਚੀਜ਼ ਦਾ ਨਹੀਂ ਪਤਾ ਹੁੰਦਾ ਅੱਜ ਕੱਲ੍ਹ। ਕੀ ਤੁਸੀਂ ਅਗਰ ਤੁਸੀਂ ਯੰਗ ਏਜ ਦੇ ਵਿੱਚ ਕਰਾ ਲੈਣਾ ਤਾਂ ਪ੍ਰਾਈਸਸ ਸਸਤੇ ਹੁੰਦੇ ਨੇ, ਤਾਂ ਕਿੰਨੀ ਏਜ ਤੋਂ ਲੈ ਕੇ ਕਿੰਨੀ ਏਜ ਤੱਕ ਅਸੀਂ ਪੋਸੀਬਿਲਿਟੀ ਉਹਦੀ ਕਰਵਾ ਸਕਦੇ ਹਾਂ, ਅਸੀਂ ਕਿੰਨੇ ਟਾਈਮ ਪੀਰੀਅਡ ਦੀ ਕਰਾ ਸਕਦੇ ਹਾਂ? ਹਾਂਜੀ ਵਾਲੇ ਸਾਹਿਬ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਯੰਗ ਜਨਰੇਸ਼ਨ ਜਾਂ ਸਾਨੂੰ ਪਤਾ ਹੁੰਦਾ ਕਿ ਜਾਂ ਅਸੀਂ ਸੋਚਦੇ ਹਾਂ ਕਿ ਸਾਨੂੰ ਜੀ ਸਾਡੂ ਕੁਛ ਹੋ ਹੀ ਨਹੀਂ ਸਕਦਾ ਸੀ ਫਿੱਟਾਂ, ਪਰ ਇੱਥੇ ਹੁਣ ਦੇਖਣ ਚ ਵਿੱਚ ਸਾਨੂੰ ਆਏ ਦਿਨ ਕੋਈ ਨਾ ਕੋਈ ਨਿਊਜ਼ ਫੇਸਬੁੱਕ ਤੇ ਉੱਤੇ ਚੱਲਦੀ ਰਹਿੰਦੀ ਹੈ ਕਿ ਯੰਗ ਲੋਕਾਂ ਨੂੰ ਹਾਰਟ ਅਟੈਕ ਹੋ ਗਿਆ ਜੀ, ਹੈ ਨਾ, ਜਾਂ ਕੋਈ ਬਿਮਾਰੀ ਦੇ ਨਾਲ, ਕੋਈ ਸਟ੍ਰੋਕ ਦੇ ਨਾਲ, ਜਾਂ ਕੋਈ ਜੈਨੇਟਿਕ ਪ੍ਰੋਬਲਮ ਦੇ ਨਾਲ ਤੁਹਾਨੂੰ ਹੋ ਗਿਆ, ਤਾਂ ਉਦੋਂ ਸਾਨੂੰ ਇਹ ਕਵਰ ਕਰਦੀ ਹੈ ਜੀ। ਤਾਂ ਜਿਹੜੀ ਏਜ ਦੀ ਗੱਲ ਹੈ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਡਿਸਾਈਡ ਕਰਦੇ ਆ ਤਾਂ ਉਹਦੇ ਨਾਲ ਹੀ ਲੈ ਲਓ। ਜਿੰਨੀ ਛੋਟੀ ਉਮਰ ਦੇ ਵਿੱਚ ਲੈਂਦੇ ਅਸੀਂ ਤਾਂ ਉਨੀ ਹੀ ਸਸਤੀ ਪੈਂਦੀ ਹੈ ਜੀ।
ਹੁਣ ਕਈ ਸਾਡੇ ਕੋਲ ਇਦਾਂ ਦੇ ਪਲਾਨਸ ਨੇ ਕਿ ਤੁਸੀਂ 20 ਸਾਲ ਹੀ ਪੇ ਕਰਨਾ, 20 ਸਾਲ ਤੋਂ ਬਾਅਦ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ, ਪੂਰੀ ਲਾਈਫ ਲਈ ਤੁਸੀਂ ਕਵਰ ਹੋ। ਓਕੇ 10 ਈਅਰ 20 ਈਅਰ ਤੁਸੀਂ ਪਲਾਨ ਲੈ ਸਕਦੇ ਆ, ਉਹਦੇ ਵਿੱਚ ਤੁਸੀਂ ਪੇ ਕੀਤਾ। ਹੁਣ ਇਹ ਤੁਸੀਂ ਜਿਹੜੀ ਏਜ ਦੇ ਵਿੱਚ ਤੁਹਾਨੂੰ ਲੱਗਦਾ ਅਵੇਅਰਨੈਸ ਆ ਗਈ ਕਿ ਸਾਨੂੰ ਕ੍ਰਿਟੀਕਲ ਇਲਨੈਸ ਵੀ ਲੈਣੀ ਚਾਹੀਦੀ ਆ, ਜਾਂ ਤੁਸੀਂ ਪਹਿਲਾਂ ਲਾਈਫ ਇੰਸ਼ੋਰੈਂਸ ਲੈ ਕੇ ਰੱਖੀ ਆ, ਜਾਂ ਕਿਸੇ ਤੋਂ ਵੀ ਲਾਈਫ ਇੰਸ਼ੋਰੈਂਸ ਲਈ ਆ, ਤੁਸੀਂ ਕ੍ਰਿਟੀਕਲ ਇਲਨੈਸ ਅਟੈਚ ਕਰਾਓ, ਜਾਂ ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਡੀ ਜਿਹੜੀ ਪਾਲਿਸੀ ਆ ਐਡ ਆਨ ਕਰ ਸਕਦੇ ਆ। ਅਸੀਂ ਤੁਹਾਡੀ ਉਹ ਪਾਲਿਸੀ ਨੂੰ ਐਨਾਲਿਸਿਸ ਕਰਕੇ ਕਿ ਇਹ ਤੁਹਾਨੂੰ ਕਿੰਨੀ ਕੁ ਜ਼ਰੂਰਤ ਹੈ ਜੀ, ਤੁਸੀਂ ਅਟੈਚ ਕਰਵਾ ਸਕਦੇ ਆ। ਓਕੇ, ਇਹ ਵੀ ਚੀਜ਼ ਹੈਗੀ ਹੈ ਵੀ ਤੁਸੀਂ ਕਿਸੇ ਵੀ ਏਜ ਦੇ ਵਿੱਚ, ਕਿਉਂਕਿ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈਗੀ ਹਰ ਇੱਕ ਪੁਆਇੰਟ ਆਫ ਵਿਊ ਦੇ ਨਾਲ, ਕਿ ਅਸੀਂ ਕ੍ਰਿਟੀਕਲ ਇਲਨੈਸ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ, ਕਿਉਂਕਿ ਜਿਹੜੀਆਂ 25 ਬਿਮਾਰੀਆਂ ਦੀ ਜਿਹੜੀ ਲਿਸਟ ਹੈਗੀ ਹੈ ਉਹ ਤੁਸੀਂ, ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਰਿਹਾ ਇਸ ਨੂੰ ਲੈ ਕੇ, ਤਾਂ ਤੁਸੀਂ ਹਰਜਿੰਦਰ ਜੀ ਤੋਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਵੀ ਕਿੰਨਾ ਤਰ੍ਹਾਂ ਦੀ ਬਿਮਾਰੀਆਂ ਤੋਂ ਜਿਹੜਾ ਬਚਾਅ ਹੋ ਸਕਦਾ, ਜਿਵੇਂ ਜੈਨੇਟਿਕ ਜੇਕਰ ਆਪਾਂ ਗੱਲ ਕਰੀਏ ਪਿੱਛੋਂ ਪਰਿਵਾਰ ਨੂੰ ਲੈ ਕੇ ਹੋ ਰਹੀਆਂ ਨੇ। ਅੱਛਾ, ਕੁਝ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਇੰਸ਼ੋਰੈਂਸ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਕੋਈ ਪ੍ਰੀਮੀਅਮ ਘਟਾਉਣ ਦੇ ਲਈ ਜਾਂ ਕਿਤੇ ਨਾ ਕਿਤੇ ਪੈਸਾ ਬਚਾਉਣ ਦੇ ਲਈ ਆਮ ਤੌਰ ਤੇ ਦੇਖਿਆ ਜਾਂਦਾ ਵੀ ਸ਼ਾਇਦ ਕਈ ਲੋਕਾਂ ਦੀ ਸੋਚ ਹੋਏਗੀ ਵੀ ਸ਼ਾਇਦ ਉਹ ਕੁਝ ਲੁਕੋ ਰੱਖ ਲੈਂਦੇ। ਕੀ ਤੁਸੀਂ ਇਹ ਚੀਜ਼ਾਂ ਫੇਸ ਕਰਦੇ ਹੋ ਵੀ ਹਾਂ ਵੀ ਜਦੋਂ ਫਿਰ ਕਲੇਮ ਲੈਣਾ ਹੁੰਦਾ ਉਦੋਂ ਹੁੰਦਾ ਵੀ ਤੁਸੀਂ ਪਹਿਲਾਂ ਤਾਂ ਜੀ ਇਹ ਦੱਸਿਆ ਨਹੀਂ ਸੀਗਾ, ਹੁਣ ਇਹ ਕੀ ਚੀਜ਼ਾਂ ਆ ਗਈਆਂ। ਇੰਸ਼ੋਰੈਂਸ ਲੈਣ ਦੇ ਲਈ ਇੱਕ ਬਿਲਕੁਲ ਆਪਣੀ ਸੱਚਾਈ ਦੱਸਣੀ, ਜਿਵੇਂ ਕਹਿੰਦੇ ਨੇ ਵੀ ਇੱਕ ਡਾਕਟਰ ਜਾਂ ਲਾਇਰ ਤੋਂ ਕੁਝ ਲਗਾਉਣਾ ਨਹੀਂ ਚਾਹੀਦਾ, ਤਾਂ ਉਹਦੇ ਨਾਲ ਤੀਸਰਾ ਹਿੱਸਾ ਮੈਂ ਇੰਸ਼ੋਰੈਂਸ ਬ੍ਰੋਕਰ ਦੀ ਵੀ ਗੱਲ ਕਰਾਂ ਵੀ ਉਸ ਤੋਂ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਚੀਜ਼ ਲੁਕੋ ਨਹੀਂ ਰੱਖਣੀ ਚਾਹੀਦੀ। ਬਿਲਕੁਲ ਜੀ, ਇਹ ਬਹੁਤ ਹੀ ਜ਼ਰੂਰੀ ਇਹ ਹਨੀ ਜੀ, ਇੱਕ ਤਰ੍ਹਾਂ ਦੀ ਤੁਹਾਡੇ ਪੈਸੇ ਨੂੰ ਤੁਸੀਂ ਇੱਕ ਆਪਣੇ ਰਿਸਕ ਨੂੰ ਸਿਕਿਉਰ ਕਰਨ ਦੇ ਲਈ ਤੁਸੀਂ ਪੈਸਾ ਭਰ ਰਹੇ ਹੋ, ਪਰ ਜੇਕਰ ਤੁਸੀਂ ਉੱਥੇ ਕੋਈ ਹਿਡਨ ਕਰ ਜਾਂਦੇ ਆ, ਜਿੱਦਾਂ ਤੁਸੀਂ ਡਾਕਟਰ ਤੋਂ ਨਹੀਂ ਕੁਝ ਲੁਕੋ ਸਕਦੇ, ਉਦਾਂ ਇੰਸ਼ੋਰੈਂਸ ਐਡਵਾਈਜ਼ਰ ਤੋਂ ਕੁਝ ਨਾ ਲੁਕੋ। ਤੁਹਾਡੀ ਜਿਹੜੀ ਸਾਰੀ ਪ੍ਰਾਈਵੇਸੀ ਹੁੰਦੀ ਉਹ ਹਮੇਸ਼ਾ ਸਾਡੀ ਸਿਕਿਉਰ ਹੁੰਦੀ ਆ। ਸਾਡਾ ਲਾਇਸੈਂਸ ਹੀ ਇਸ ਬੇਸ ਤੇ ਕੰਮ ਕਰਦਾ ਹੈ ਕਿ ਅਸੀਂ ਤੁਹਾਡੀ ਜਿਹੜੀ ਪ੍ਰਾਈਵੇਸੀ ਆ, ਕਦੇ ਅਸੀਂ ਕਈ ਵਾਰ ਸਾਡੇ ਕੋਲ ਇਹਦਾ ਹਸਬੈਂਡ ਵਾਈਫ ਦੀ ਵੀ ਪ੍ਰਾਈਵੇਸੀ ਸਾਡੇ ਕੋਲ ਅਲੱਗ-ਅਲੱਗ ਇੰਸ਼ੋਰੈਂਸ ਕਰਾਉਂਦੇ ਨੇ ਤਾਂ ਸਾਡੇ ਕੋਲ ਰਹਿੰਦੀ ਆ, ਤਾਂ ਉਹਦੇ ਵਿੱਚ ਤੁਸੀਂ ਕੁਝ ਲੁਕੋਵੋ ਨਾ। ਤੁਸੀਂ ਆਪਣੀ ਫੈਮਿਲੀ ਹਿਸਟਰੀ ਬਾਰੇ ਜਾਂ ਤੁਹਾਨੂੰ ਮੈਡੀਕਲ ਕੋਈ ਪ੍ਰੋਬਲਮ ਆ ਤੁਸੀਂ ਜ਼ਰੂਰ ਸ਼ੇਅਰ ਕਰੋ। ਕਿਤੇ ਇਦਾਂ ਨਾ ਹੋਵੇ ਫਿਊਚਰ ਦੇ ਵਿੱਚ ਕਿ ਤੁਸੀਂ ਪੈਸਾ ਵੀ ਦਿੱਤਾ, ਜਦੋਂ ਕਲੇਮ ਆਵੇ ਤਾਂ ਇਹ ਜਿਹੜੀ ਤੁਸੀਂ ਹੁਣ ਕੁਐਸਚਨ ਕੋਈ ਕੀਤਾ, ਇਹਦੇ ਵਿੱਚ ਕਈ ਚੀਜ਼ਾਂ ਸਾਨੂੰ ਦੇਖਣ ਚ ਆਈਆਂ ਨੇ ਜੀ। ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ, ਜਿਵੇਂ ਅਸੀਂ ਇੰਸ਼ੋਰੈਂਸ ਕਰਦੇ ਹਾਂ ਉਹਦੇ ਵਿੱਚ ਕਈ ਲੋਕ ਹਿਡਨ ਕਰ ਜਾਂਦੇ ਨੇ, ਜਾਂ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਪੇਰੈਂਟਸ ਜਾਂ ਮੈਡੀਕਲ ਇੰਸ਼ੋਰੈਂਸ ਕਰਦੇ, ਤਾਂ ਉਹਦੇ ਵਿੱਚ ਜਦੋਂ ਕਲੇਮ ਨਹੀਂ ਮਿਲਦਾਗਾ ਤਾਂ ਉਦੋਂ ਤੁਸੀਂ ਮੋਸਟਲੀ ਸਾਨੂੰ ਇਦਾਂ ਲੱਗਦਾ ਕਿ ਸਾਡੀ ਜਿਹੜੀ ਇੰਸ਼ੋਰੈਂਸ ਰੌਂਗ ਲੈ ਲਈ ਹੈ। ਬਟ ਉਹਦੇ ਚ ਰੌਂਗ, ਜਦੋਂ ਇੰਸ਼ੋਰੈਂਸ ਐਡਵਾਈਜ਼ਰ ਤੁਹਾਨੂੰ ਇੰਸ਼ੋਰੈਂਸ ਦਿੰਦਾ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਸ ਨੂੰ ਆਪਣੀ ਸਾਰੀ ਹਿਸਟਰੀ ਦੱਸੋ, ਆਪਣੀ ਹੈਲਥ ਬਾਰੇ ਦੱਸੋ, ਜਾਂ ਤੁਹਾਡੇ ਫੈਮਿਲੀ ਹਿਸਟਰੀ ਬਾਰੇ ਦੱਸੋ। ਖਾਸ ਕਰਕੇ ਜਦੋਂ ਕ੍ਰਿਟੀਕਲ ਇਲਨੈਸ ਲੈਂਦੇ ਆ ਤੁਸੀਂ, ਤਾਂ ਉਦੋਂ ਤੁਹਾਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਇਹ ਚੀਜ਼, ਕਿ ਤੁਹਾਡੀ ਸੇਫਟੀ ਤੁਹਾਡੇ ਹੱਥ ਦੇ ਵਿੱਚ ਹੈ। ਓਕੇ, ਬਿਲਕੁਲ ਜੀ। ਤਾਂ ਇਹਦੇ ਨਾਲ ਇੱਕ ਹੋਰ ਮੇਰਾ ਸਵਾਲ ਹੈਗਾ ਕਿ ਜਦੋਂ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਕੋਈ EMPLOYEE ਹੈਗਾ ਕਿਸੇ ਦੇ ਅੰਡਰ ਜੌਬ ਕਰ ਰਿਹਾ, ਉਹ ਕਿਤੇ ਨਾ ਕਿਤੇ EMPLOYER ਵੱਲੋਂ ਉਹਨੂੰ ਜਿਹੜਾ ਹੈਗਾ ਕੁਝ ਕਵਰੇਜ ਦਿੱਤੇ ਜਾਂਦੇ ਨੇ। ਹਾਂਜੀ, ਤਾਂ ਜਾਂ ਫਿਰ ਕੋਈ EMPLOYER ਹੈਗਾ ਉਹਨੂੰ ਆਪਣੀ ਕਵਰੇਜ ਆਪ ਲੈਣੀ ਪੈਂਦੀ ਹੈ। ਤਾਂ ਕ੍ਰਿਟੀਕਲ ਇਲਨੈਸ ਹੈ ਕਿ ਕੋਈ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰ ਰਿਹਾ, ਕੋਈ ਕਿਤੇ ਕਰਦਾ, ਉੱਥੇ ਉਹਨੂੰ ਕੋਈ ਕਵਰੇਜ ਤਾਂ ਨਹੀਂ ਮਿਲਦਾ ਕਿ ਉਹਨੂੰ ਹਰ ਇੱਕ ਬੰਦੇ ਨੂੰ ਆਪਣੇ ਇੰਡੀਵਿਜੂਅਲੀ ਕਰਾਉਣੀ ਪੈਂਦੀ ਹੈ ਕ੍ਰਿਟੀਕਲ ਇਲਨੈਸ? ਹਾਂਜੀ, ਮੋਸਟਲੀ ਜਿਹੜੀਆਂ ਕੰਪਨੀਆਂ ਦੇ ਵਿੱਚ ਜੌਬਸ ਕਰਦੇ ਨੇ ਨਾ, ਤਾਂ ਗਰੁੱਪ ਇੰਸ਼ੋਰੈਂਸ ਕਰ ਦਿੰਦੇ ਆ ਜੀ। ਅਸੀਂ ਗਰੁੱਪ ਇੰਸ਼ੋਰੈਂਸ ਵੀ ਕਰਦੇ ਹਾਂ। ਓਕੇ, ਉਹਦੇ ਵਿੱਚ ਗਰੁੱਪ ਇੰਸ਼ੋਰੈਂਸ ਦੇ ਵਿੱਚ ਹੁੰਦਾ ਕਿ ਕੁਝ ਪਾਰਟ ਪਹਿਲਾਂ ਕੰਪਨੀਆਂ ਦੇ ਵਿੱਚ ਕੁਝ ਦੇ ਵਿੱਚ ਇਹ ਚੱਲਣਾ ਕਿ 1 ਟਾਈਮ 2 ਟਾਈਮ ਇੰਸ਼ੋਰੈਂਸ ਕਰਤੀ ਤੁਹਾਡੀ ਲਾਈਫ ਇੰਸ਼ੋਰੈਂਸ, ਉਹ ਬੰਦਾ ਸਮਝਦਾ ਹੈ ਕਿ ਮੇਰੀ ਲਾਈਫ ਇੰਸ਼ੋਰੈਂਸ ਹੋ ਗਈ ਜੀ ਪੂਰੀ। 1 ਟਾਈਮ 2 ਟਾਈਮ ਦਾ ਮਤਲਬ ਉਹ ਲਾਈਫ ਇੰਸ਼ੋਰੈਂਸ ਨਹੀਂ ਹੁੰਦੀ ਕਵਰੇਜ ਆ, ਪਰ ਇੰਨੀ ਐਨਫ ਨਹੀਂ ਹੁੰਦੀ ਕਿ ਤੁਹਾਡੀ ਫੈਮਿਲੀ ਨੂੰ ਕਵਰ ਕਰੇ। ਤਾਂ ਮੋਸਟਲੀ ਕੰਪਨੀਆਂ ਕ੍ਰਿਟੀਕਲ ਇਲਨੈਸ ਨੂੰ ਵਿੱਚ ਨਹੀਂ ਕਵਰ ਕਰਦੀਆਂ। ਓਕੇ, ਕ੍ਰਿਟੀਕਲ ਇਲਨੈਸ ਮਤਲਬ ਕਿ ਸਾਨੂੰ ਇੰਡੀਵਿਜੂਅਲੀ ਲੈਣੀ ਪੈਂਦੀ ਆ, ਲੈਣੀ ਹੀ ਚਾਹੀਦੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੰਮ ਤੋਂ ਕੋਈ ਇੰਸ਼ੋਰੈਂਸ ਮਿਲੀ ਹੈ ਤਾਂ ਉਸ ਇੰਸ਼ੋਰੈਂਸ ਬਾਰੇ ਤੁਸੀਂ ਡਿਸਕਸ ਕਰੋ, ਜਾਂ ਤਾਂ ਕੰਪਨੀ ਨਾਲ ਜਿੱਥੇ ਜੌਬ ਕਰ ਰਹੇ, ਜਾਂ ਤੁਸੀਂ ਸਾਨੂੰ ਫੋਨ ਕਰ ਦਿਓ ਤੇ ਅਸੀਂ ਤੁਹਾਡੀ ਚੈੱਕ ਕਰ ਦਿਆਂਗੇ ਕਿ ਜਿਹੜੀ ਤੁਹਾਡੇ ਕੋਲ ਇੰਸ਼ੋਰੈਂਸ ਦਿੱਤੀ ਹੈ ਉਹ ਕਿੰਨੀ ਹੈ, ਜਾਂ ਐਨਫ ਆ ਜਾਂ ਨਹੀਂ ਹੈ। ਬਟ ਉਹਨੂੰ ਤੁਸੀਂ ਮੇਕ ਸ਼ੋਰ ਜ਼ਰੂਰ ਕਰੋ, ਅੱਖਾਂ ਮੀਚ ਕੇ ਨਾ ਤੁਸੀਂ ਕਰੋ ਕਿ ਜੇ ਤੁਹਾਨੂੰ ਕੰਮ ਤੋਂ ਇੰਸ਼ੋਰੈਂਸ ਮਿਲੀ ਆ, ਹਾਂਜੀ ਮੇਰੀ ਕੰਮ ਤੋਂ ਮਿਲੀ ਆ, ਤਾਂ ਕੰਪਨੀ ਪੇ ਕਰ ਰਹੀ ਹੈ ਤੇ ਮੈਂ ਕਵਰਡ ਆ। ਮੋਸਟਲੀ ਕੰਪਨੀਆਂ ਦੀ ਇੰਨੀ ਕਵਰੇਜ ਨਹੀਂ ਹੁੰਦੀ ਕਿ ਜਿਹੜੀ ਤੁਹਾਨੂੰ ਕਵਰੇਜ ਦੇ ਸਕੇ। ਤਾਂ ਕ੍ਰਿਟੀਕਲ ਇਲਨੈਸ ਤਾਂ ਕਈ ਵਾਰ ਅਟੈਚ ਨਹੀਂ ਹੁੰਦੀ
ਮੋਸਟਲੀ ਨਹੀਂ ਹੁੰਦੀ ਗੀ। ਜੀ ਤਾਂ ਤੁਸੀਂ ਉਸ ਦੇ ਬਾਰੇ ਡਿਸਕਸ ਕਰੋ, ਜਾਂ ਤੁਸੀਂ ਸਾਡੀ ਟੀਮ ਨੂੰ ਫੋਨ ਕਰੋ, ਅਸੀਂ ਤੁਹਾਡੀ ਜਿਹੜੀ ਕੰਮ ਤੋਂ ਹੋਈ ਇੰਸ਼ੋਰੈਂਸ ਆ ਉਹਨੂੰ ਵੀ ਚੈੱਕ ਕਰਕੇ ਦੱਸ ਦਿਆਂਗੇ ਕਿ ਇਹ ਕਿੰਨੀ ਕੁ ਤੁਹਾਡੇ ਲਈ ਗੁੱਡ ਆ ਤੇ ਜਾਂ ਤੁਹਾਨੂੰ ਹੋਰ ਲੈਣ ਦੀ ਲੋੜ ਹੈ ਜਾਂ ਨਹੀਂ। ਬਿਲਕੁਲ, ਕਿਉਂਕਿ ਹਰ ਇੱਕ ਚੀਜ਼ ਕੰਪਨੀਆਂ ਵੱਲੋਂ ਜ਼ਰੂਰ ਇੰਸ਼ੋਰੈਂਸ ਹੁੰਦੀ ਹੈ, ਉਹ ਕਵਰ ਕਿਤੇ ਨਾ ਕਿਤੇ ਤੁਹਾਨੂੰ ਕਰਦੇ, ਲੇਕਿਨ ਉਹਨੂੰ ਚੈੱਕ ਵੀ ਕਰ ਲੈਣਾ ਚਾਹੀਦਾ। ਤੁਹਾਡੇ ਰਾਈਟਸ ਹੈਗੇ ਨੇ ਵੀ ਤੁਸੀਂ ਦੇਖ ਸਕਦੇ ਹੋ ਵੀ ਹਾਂ ਮੈਨੂੰ ਕਿੰਨਾ ਕਵਰ ਹੈਗਾ, ਕੀ ਤੁਹਾਡੇ ਫਿਊਚਰ ਦੇ ਲਈ, ਤੁਹਾਡੇ ਫੈਮਿਲੀ ਦੇ ਲਈ, ਤੁਹਾਡੀ ਆਪ ਦੇ ਲਈ, ਤਾਂ ਤੁਸੀਂ ਉਹ ਪੂਰੀ ਇੱਕ ਸੈਟੀਸਫੈਕਟਰੀ ਤੁਹਾਡੀ ਜਿਹੜੀ ਹੈਗੀ ਅਮਾਉਂਟ ਤੁਹਾਨੂੰ ਮਿਲ ਸਕਦੀ ਹੈ। ਕ੍ਰਿਟੀਕਲ ਇਲਨੈਸ ਦੇ ਲਈ ਹੋਰ ਮਨ ਦੇ ਵਿੱਚ ਸਵਾਲ ਹੋਣਗੇ, ਕਿਉਂਕਿ ਸਾਡੇ ਕੋਲ ਇਸ ਪ੍ਰੋਗਰਾਮ ਦੇ ਉੱਤੇ ਅਸੀਂ 22-23 ਮਿੰਟ ਦੇ ਵਿੱਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਆਪਣੀਆਂ ਕਰਕੇ ਅਗਲੇ ਜਿਹੜੇ ਹੈਗੇ ਨੇ ਤੁਹਾਡੇ ਸਵਾਲ ਸਾਨੂੰ ਜ਼ਰੂਰ ਲੈਣੇ ਹੁੰਦੇ ਨੇ। ਤੁਸੀਂ ਵੱਧ ਤੋਂ ਵੱਧ ਸਾਡੇ ਕੋਲ ਸਵਾਲ ਭੇਜਿਆ ਕਰੋ, ਮਨ ਦੇ ਵਿੱਚ ਕੋਈ ਸਵਾਲ ਹੈਗਾ ਡਾਇਰੈਕਟਲੀ ਤੁਸੀਂ ਹਰਜਿੰਦਰ ਹੈਰੀ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। 7809060000 ਤੇ ਕਾਲ ਕਰਕੇ ਮੈਸੇਜ ਦੇ ਤੌਰ ਤੇ ਜ਼ਰੂਰ ਲਵਾਂਗਾ। ਫਟਾਫਟ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਤਾਂ ਕਿ ਇੰਸ਼ੋਰੈਂਸ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤੁਹਾਡੇ ਮਨ ਦੇ ਵਿੱਚ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕੋ। ਤਾਂ ਹਰਜਿੰਦਰ ਭਾਜੀ ਅੱਜ ਕੁਝ ਖਾਸ ਟਿਪਸ ਸੀ, ਅੱਜ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਦੇ ਜਾਂਦੇ ਜਾਂਦੇ? ਹਾਂਜੀ, ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕੋਵਿਡ ਦਾ ਜਿਹੜਾ ਕਰੋਨਾ ਦਾ ਜਿਹੜਾ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਕਿ ਥੋੜਾ ਜਿਹਾ ਅਪ ਹੋ ਗਿਆ, ਜ਼ਿਆਦਾ ਫਿਰ ਡਾਇਗਨੋਸ ਹੋ ਰਹੇ ਨੇ ਲੋਕ। ਤਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਬੱਚਿਆਂ ਦਾ ਧਿਆਨ ਰੱਖੋ ਜੀ। ਤਾਂ ਤੁਸੀਂ ਜਿੰਨਾ ਵੀ ਹੋ ਸਕਦਾ ਸੇਫਟੀ ਤੁਹਾਡੇ ਹੱਥ 'ਚ ਆ। ਸਾਡੇ ਤੋਂ ਜਿਹੜੀ ਗੱਲਾਂ ਕਰਦੇ ਆ ਕਿਸੇ ਤਰ੍ਹਾਂ ਦੀ ਕਿਸੇ ਦੇ ਲਈ ਸਾਡਾ ਕੋਈ ਦਿਲ ਦਿਖਾਉਣ ਦੀ ਜਾਂ ਕਿਸੇ ਦੀ ਕੋਈ ਪੁਆਇੰਟ ਆਊਟ ਕਰਨ ਦੀ ਕੋਈ ਮਤਲਬ ਨਹੀਂ ਹੁੰਦਾ ਗਾ। ਜਿਵੇਂ ਵਾਲੀਆ ਸਾਹਿਬ ਵੀ ਦੱਸਦੇ ਨੇ ਆਪਣੇ ਸ਼ੋਅ ਦੇ ਵਿੱਚ, ਤਾਂ ਮੈਂ ਵੀ ਆਪਣੇ ਵੱਲੋਂ ਦੱਸ ਰਿਹਾ ਕਿ ਸਾਡਾ ਸਿਰਫ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਜੀ, ਆਪਣਾ ਐਕਸਪੀਰੀਅੰਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ। ਬਿਲਕੁਲ, ਕਿੱਥੇ ਫਾਇਦਾ ਹੋ ਸਕਦਾ, ਤੁਸੀਂ ਪੈਸਾ ਦੇ ਕੇ ਤੁਸੀਂ ਕਿੱਥੇ ਕਵਰੇਜ ਕਰ ਸਕਦੇ ਆ। ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਫ ਇੰਸ਼ੋਰੈਂਸ ਚਾਹੀਦੀ ਆ, ਮੌਰਗੇਜ ਇੰਸ਼ੋਰੈਂਸ ਚਾਹੀਦੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਜਿਹਦੇ ਬਾਰੇ ਅੱਜ ਅਸੀਂ ਗੱਲ ਕੀਤਾ, ਲਿਵਿੰਗ ਬੈਨੀਫਿਟ ਵਾਲੀ, ਜਾਂ ਤੁਹਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਸੱਟ ਫੇਟ ਵਾਲੀ, ਕਿ ਕੰਮ ਤੇ ਸੱਟ ਫੇਟ ਲੱਗ ਨਾ ਲੱਗ ਜੇ, ਜਾਂ ਲੱਗ ਜੇ ਤਾਂ ਅਸੀਂ ਕਿੱਦਾਂ ਪਰ ਮੰਥ ਅਸੀਂ ਘਰ ਬੈਠ ਕੇ ਬੈਨੀਫਿਟ ਲੈ ਸਕਦੇ ਹਾਂ। ਜਾਂ ਤੁਹਾਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਆ, ਮੈਡੀਕਲ ਇੰਸ਼ੋਰੈਂਸ ਜਿਹੜੀ ਪੇਰੈਂਟਸ ਨੂੰ ਇੱਥੇ ਬੁਲਾਉਣ ਦੇ ਲਈ ਆ। ਅਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਵਿੱਚ ਡੀਲ ਕਰਦੇ ਹਾਂ ਜੀ। ਤੁਸੀਂ ਮੈਨੂੰ ਫੋਨ ਕਰ ਲਓ ਕਿਸੇ ਵੇਲੇ ਵੀ, ਮੈਨੂੰ WhatsApp ਕਰ ਲਓ ਤੁਸੀਂ ਕਿਸੇ ਵੇਲੇ ਵੀ। ਮੇਰਾ ਨੰਬਰ ਆ 7809060000, 780-906-0000। ਆਲ ਟਾਈਮ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਾਂ ਜੀ। 24 ਘੰਟੇ ਮੇਰਾ ਫੋਨ ਖੁੱਲ੍ਹਾ ਹੁੰਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਨੂੰ ਇਸੇ ਸਮੇਂ ਇਸੇ ਚੈਨਲ ਤੇ ਹੋਰ ਗੱਲਾਂ ਬਾਤਾਂ ਕਰਾਂਗੇ। ਸਾਡੇ ਇਹਨਾਂ ਹੋਰ ਸ਼ੋਜ਼ ਨੂੰ ਦੇਖਣ ਦੇ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, Facebook ਪੇਜ ਲਾਈਕ ਕਰ ਸਕਦੇ ਹੋ, ਤਾਂ ਕਿ ਰੋਜ਼ਾਨਾ ਸਾਡੇ ਜਿਹੜੇ ਸ਼ੋਜ਼ ਆਉਂਦੇ ਨੇ ਅਲੱਗ-ਅਲੱਗ ਟੌਪਿਕਸ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰੀ ਜਾਵੇ, ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ। ਅੱਜ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀਮੂਨ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ। Are you looking for super visa, visitor visa or travel insurance with monthly plans up to 45% discount, 100% money back if visa denied? Call today. Hope Insurance Broker, 7809060000, 24/7, Edmonton, Canada.